ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਰੋਜ਼ਾਨਾ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਮਹਾਨ ਪੰਥਕ ਅਕਾਲੀ ਆਗੂ ਕਰਤਾਰ ਸਿੰਘ ਜੀ ਝੱਬਰ ਦੇ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਲਗਭਗ ਅਕਾਲੀ ਲਹਿਰ ਦੇ ਹਰ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ, ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ। ਅਕਾਲੀ ਲਹਿਰ ਦੇ 94 ਆਗੂਆਂ ਵਿੱਚੋਂ ਆਪ ਜੀ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਇਹ ਉਹ ਆਗੂ ਹਨ ਜਿਨ੍ਹਾਂ ਨੇ ਵੇਲੇ ਦੇ ਹਾਕਮ ਨੂੰ ਵੰਗਾਰ ਪਾਈ ਸੀ ਜਦੋਂ ਨਨਕਾਣਾ ਸਾਹਿਬ ਦੇ ਮੋਰਚੇ ਸਰ ਲక్ష్మణ ਸਿੰਘ ਧਾਰੋਵਾਲ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਇਹਨਾਂ ਨੂੰ ਰੋਕਿਆ ਗਿਆ ਵੀ ਆਗੇ ਮਤ बढ़ो, आगे गौरा फौज है। तो इन्होंने कहा सी आप गोली चलाएं और मेरे जवानों के हाथ देखें। ये वो जरनैल धड़कन जरनैल ਹਨ ਸਰ ਕਰਤਾਰ ਸਿੰਘ ਜੀ ਝੱਬਰ। तो आओ आज ਇਹਨਾਂ ਦੇ ਜੀਵਨ ਇਤਿਹਾਸ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ। ਔਰ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਹਾਜ਼ਰ ਹਨ। ਬੇਨਤੀ ਕਰਦਾ ਕਿਰਪਾ ਕਰੋ ਜੀ, ਸਰਦਾਰ ਕਰਤਾਰ ਸਿੰਘ ਜੀ ਝੱਬਰ ਦੇ ਜੀਵਨ ਇਤਿਹਾਸ, ਉਹਦੀਆਂ ਪ੍ਰਾਪਤੀਆਂ, ਉਹਨਾਂ ਦੀ ਦੇਣ ਸਾਡੇ ਨਾਲ ਵਿਚਾਰ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀਰੋ ਔਰ ਭੈਣੋ, ਆਪ ਜੀ ਦੀ ਪਾਸੋਂ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਦੁਆ ਜੋੜ ਕੇ ਅਸੀਸ ਮੰਗਦਾ ਹਾਂ। ਆਓ ਸਰਦਾਰ ਕਰਤਾਰ ਸਿੰਘ ਜੀ ਝੱਬਰ, ਜੋ ਆਜ਼ਾਦੀ ਲਹਿਰ ਦੇ ਹੀਰੋ ਸਨ ਔਰ ਜਿਨ੍ਹਾਂ ਨੇ ਤਕਰੀਬਨ ਅਕਾਲੀ ਲਹਿਰ ਦੇ ਹਰ ਮੋਰਚੇ ਦੇ ਵਿੱਚ ਆਪਣੇ ਲੀਡਰਸ਼ਿਪ ਦਾ ਸਿੱਕਾ ਮਨਵਾਇਆ ਔਰ ਅੰਗਰੇਜ਼ ਜਿਹੜੀ ਹਕੂਮਤ ਸੀ ਉਹਨੂੰ ਚੁੱਕਣ ਵਾਸਤੇ ਮਜਬੂਰ ਕੀਤਾ। ਜਦੋਂ ਮੈਂ ਇਹੋ ਜਿਹੇ ਘੁਲਾਟੀਆਂ ਦੀ ਜਾਂ ਵੀਰਾਂ ਦੀ, ਬਹਾਦਰਾਂ ਦੀ, ਜਰਨੈਲਾਂ ਦੀ ਗੱਲ ਕਰਦਾ ਤੇ ਮੇਰੇ ਦਿਮਾਗ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਕੈਸੇ ਥੇ ਉਹ ਲੋਕ, ਕਿ ਉਹ ਕਿਸ ਮਿੱਟੀ ਦੇ ਬਣੇ ਹੋਏ ਸਨ, ਉਹ ਕਿਸ ਡਿਟਰਮੀਨੇਸ਼ਨ ਦੇ ਸਨ। ਜਿਹੜੇ ਸਾਡੇ ਬਜ਼ੁਰਗ ਹੋਏ ਹਨ, ਜਿਨ੍ਹਾਂ ਨੇ ਇਹ ਪੈੜਾਂ ਪਾਈਆਂ ਹਨ ਔਰ ਜਿਨ੍ਹਾਂ ਉੱਤੇ ਸਾਨੂੰ ਸੇਧਾਂ ਜਿਹੜੀਆਂ ਉਹ ਬਖਸ਼ ਕਰਕੇ ਗਏ ਹਨ, ਉਹਨਾਂ ਚੋਂ ਅਸੀਂ ਪਿੱਛੇ ਜਿਹੜੇ ਆਪਣਾ ਤੇਜਾ ਸਿੰਘ ਸਮੁੰਦਰੀ ਜੀ ਦਾ ਇਤਿਹਾਸ ਕੀਤਾ ਅਸੀਂ ਉਸ ਤੋਂ ਪਹਿਲਾਂ ਜਿੰਦਾ ਸ਼ਹੀਦ ਜਿਹੜੇ ਹਨ ਉਹਨਾਂ ਦੇ ਜੀਵਨ ਬਾਰੇ ਵੀ ਆਪ ਜੀ ਨਾਲ ਵਿਚਾਰਾਂ ਕੀਤੀਆਂ ਹਨ। ਔਰ ਹਰ ਫੀਲਡ ਦੇ ਅੰਦਰ, ਭਾਵੇਂ ਉਹ ਗੁਰਬਾਣੀ ਦਾ ਇਤਿਹਾਸ ਹੋਵੇ, ਭਾਵੇਂ ਉਹ ਹਿਸਟਰੀ ਹੋਵੇ, ਔਰ ਭਾਵੇਂ ਉਸ ਵਕਤ ਦੀ ਹਕੂਮਤ ਦੇ ਨਾਲ ਜੂਝਣ ਦੀ ਗੱਲ ਹੋਵੇ, ਇਹ ਸਾਰਿਆਂ ਦੇ ਵਿੱਚੋਂ ਸਾਨੂੰ ਇੱਕ ਸਿੱਖੀ ਕਰਤਾਰ ਦੀ ਜਿਹੜੀ ਗੱਲ ਨਜ਼ਰ ਆਉਂਦੀ ਹੈ ਕਿ ਕਿੰਨੇ ਮਹਾਨ ਸਨ ਉਹ ਕਿੰਨੀ ਸਿੱਖੀ ਦੀ ਲਗਨ ਉਹਨਾਂ ਵਾਸਤੇ, ਸਿੱਖੀ ਨੂੰ ਅੱਗੇ ਤੋਰਨ ਦੀ ਔਰ ਚੜ੍ਹਦੀ ਕਲਾ ਵਿੱਚ ਰੱਖਣ ਦੀ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਦ੍ਰਿੜਤਾ ਸੀ। ਔਰ ਉਸ ਵਾਸਤੇ ਹੀ ਉਹਨਾਂ ਨੇ ਆਪਣਾ ਕੋਈ ਸੁੱਖ ਆਰਾਮ ਨਹੀਂ ਦੇਖਿਆ ਔਰ ਹਮੇਸ਼ਾ ਹੀ ਸਿੱਖੀ ਦੇ ਭਲੇ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ ਉਹ ਜੂਝਦੇ ਰਹੇ। ਤੋ ਅੱਜ ਤੱਕ ਕਰਤਾਰ ਸਿੰਘ ਜੀ ਝੱਬਰ ਜੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਹੀ ਕੱਦਵਾਰ ਨੇਤਾ, ਬੜੇ ਹੀ ਤਗੜੇ ਜੁੱਸੇ ਵਾਲੇ ਇਨਸਾਨ ਸਨ। ਆਪ ਜੀ ਨੇ ਹੁਣੇ ਹੀ ਵੀਰ MP ਸਿੰਘ ਜੀ ਪਾਸੋਂ ਉਹਨਾਂ ਦੀ ਤਸਵੀਰ ਦੇਖੀ ਹੈ। ਇੱਕ ਹੋਰ ਵੀ ਉਹਨਾਂ ਦੇ ਘੋੜੇ ਦੇ ਉੱਪਰ ਨੇਜਾ ਲੈ ਕੇ ਚੜ੍ਹੇ ਹੋਏ ਹਨ, ਉਹ ਵੀ ਆਪ ਜੀ ਦੇ ਨਾਲ ਵੀਰ ਜੀ ਸਾਂਝਾ ਕਰਨਗੇ। ਤੋ ਅਕਾਲੀ ਲਹਿਰ ਦਾ ਜੋ ਸਮਾਂ ਹੈ ਕਰਤਾਰ ਸਿੰਘ ਝੱਬਰ ਜੀ ਦਾ, ਉਹ 1874 ਤੋਂ 1920 ਦਾ ਜਿਹੜਾ ਹੈ ਉਹ ਸਮਾਂ ਬਣਦਾ ਹੈ। ਇਹ ਅਕਾਲੀ ਨੇਤਾ ਸਨ ਜੋ ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ ਦੇ ਮੋਢੀਆਂ ਵਿੱਚੋਂ ਸਨ। ਸਰਦਾਰ ਕਰਤਾਰ ਸਿੰਘ ਝੱਬਰ ਜੀ ਦਾ ਜਨਮ 1874 ਈਸਵੀ ਵਿੱਚ ਪਿੰਡ ਝੱਬਰ, ਜ਼ਿਲ੍ਹਾ ਸ਼ੇਖੂਪੁਰਾ
ਜਿਹੜਾ ਹੁਣ ਪਾਕਿਸਤਾਨ ਵਿੱਚ ਰਹਿ ਗਿਆ ਹੈ, ਸਰਦਾਰ ਤੇਜਾ ਸਿੰਘ ਜੀ ਵਿਰਕ ਦੇ ਘਰ ਹੋਇਆ। ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਦੀ ਪੜ੍ਹਾਈ ਆਰੰਭ ਕੀਤੀ ਤੇ ਸ਼ੁਰੂ ਵਿੱਚ ਉਹਨਾਂ ਨੇ ਖੇਤੀਬਾੜੀ ਦੇ ਕਿੱਤੇ ਨੂੰ ਅਪਣਾਇਆ। 30 ਸਾਲਾਂ ਦੀ ਉਮਰ ਵਿੱਚ ਭਾਈ ਮੂਲ ਸਿੰਘ ਗੁਰਮੁੱਲਾ ਤੋਂ ਅੰਮ੍ਰਿਤ ਪਾਨ ਕੀਤਾ। ਮੈਂ ਬੇਨਤੀ ਕਰਾਂ ਕਿ ਇਹ ਜੋ ਸ਼ੇਖਪੁਰ ਦਾ ਇਲਾਕਾ ਹੈ, ਇਹਦੇ ਵਿੱਚ ਗੁਰਮਤਿ ਪ੍ਰਚਾਰ ਦਾ ਜਿਹੜਾ ਮੋਢੀਆ ਕੰਮ ਜਿਹੜਾ ਹੈ ਕੀਤਾ, ਉਹ ਭਾਈ ਮੂਲ ਸਿੰਘ ਗੁਰਮੁੱਲਾ ਹੋਰਾਂ ਨੇ ਕੀਤਾ ਸੀ। ਇਸ ਤੋਂ ਬਾਅਦ ਖਾਲਸਾ ਉਪਦੇਸ਼ਕ ਮਿਸ਼ਨਰੀ ਕਾਲਜ ਗੁਜਰਾਂਵਾਲਾ ਤੋਂ 3 ਸਾਲ ਤੱਕ ਆਪ ਜੀ ਨੇ ਵਿਦਿਆ ਪ੍ਰਾਪਤ ਕੀਤੀ ਤੇ ਆਪ ਜੀ ਦੇ ਦਿਲ ਵਿੱਚ ਸਿੱਖੀ ਜਜ਼ਬਾ ਜਿਹੜਾ ਹੈ ਉਹ ਬਹੁਤ ਹੀ ਠਾਠਾ ਮਾਰਦਾ ਸੀ। ਸ਼ੁਰੂ ਵਿੱਚ ਉਹ ਧਾਰਮਿਕ ਨੇਤਾ ਸਨ ਤੇ ਸਿੱਖੀ ਪ੍ਰਚਾਰ ਵਿੱਚ ਬਹੁਤ ਸਰਗਰਮ ਰਹੇ। ਆਪ ਜੀ ਨੇ ਪ੍ਰੋਫੈਸਰ ਗੰਗਾ ਸਿੰਘ ਜਿਹੇ ਵਿਦਵਾਨਾਂ ਨੂੰ ਪ੍ਰੇਰ ਕਰਕੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਬਾਅਦ ਵਿੱਚ ਪ੍ਰੋਫੈਸਰ ਗੰਗਾ ਸਿੰਘ ਜਿਨ੍ਹਾਂ ਦਾ ਇੱਥੇ ਜੀਵਨ ਅਸੀਂ ਡਿਸਕਸ ਕਰ ਚੁੱਕੇ ਹਾਂ, ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਵੀ ਚੈਲੰਜ ਕੀਤਾ ਸੀ ਔਰ ਉਹਨਾਂ ਕੋਲੋਂ ਮਾਫੀ ਮੰਗਵਾਈ ਸੀ, ਉਹੋ ਜਿਹੇ ਪ੍ਰੋਫੈਸਰ ਗੰਗਾ ਸਿੰਘ ਜੀ ਨੂੰ ਵੀ ਕਰਤਾਰ ਸਿੰਘ ਜੀ ਝੱਬਰ ਜੀ ਨੇ ਉਹਨਾਂ ਨੂੰ ਸਿੱਖੀ ਪ੍ਰਚਾਰ ਦੇ ਰਾਹੀਂ ਅੰਮ੍ਰਿਤ ਛਕਾਇਆ। 1912 ਵਿੱਚ ਖਾਲਸਾ ਦੀਵਾਨ ਸੁਸਾਇਟੀ ਖਰਾ ਸੌਦਾ ਦੀ ਸਥਾਪਨਾ ਕੀਤੀ ਤੇ 1917 ਵਿੱਚ ਮਿਡਲ ਸਕੂਲ ਖਰਾ ਸੌਦਾ ਸਥਾਪਿਤ ਕਰਨ ਪਿੱਛੋਂ 1918 ਵਿੱਚ ਇਸ ਨੂੰ ਮੰਡੀ ਚੂੜਕਾਣਾ ਵਿਖੇ ਜਿਹੜਾ ਹੈ ਤਬਦੀਲ ਕਰ ਦਿੱਤਾ ਗਿਆ। ਆਹ ਹੁਣ ਗੱਲ ਕਰਦੇ ਹਾਂ ਕਿ ਸਰਦਾਰ ਕਰਤਾਰ ਸਿੰਘ ਝੱਬਰ ਜੀ ਦਾ ਸਿਆਸੀ ਜਿਹੜਾ ਜੀਵਨ ਉਹ ਕਿਸ ਤਰੀਕੇ ਨਾਲ ਆਰੰਭ ਹੋਇਆ ਹੈ। ਆਪ ਜੀ ਦੇ ਸਿਆਸੀ ਜੀਵਨ ਦਾ ਆਰੰਭ 11 ਅਪ੍ਰੈਲ 1919 ਨੂੰ ਹਿੰਦੂ ਮੁਸਲਮਾਨਾਂ ਦੇ ਇਕੱਠ ਵਿਖੇ ਤਕਰੀਰ ਨਾਲ ਹੋਇਆ। 13 ਅਪ੍ਰੈਲ 1919 ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਸਾਕੇ ਤੋਂ ਬਾਅਦ 15 ਅਪ੍ਰੈਲ 1919 ਨੂੰ ਚੂੜਕਾਣੇ ਵਿੱਚ ਹੋਈ ਗੜਬੜ ਫੈਲਾਉਣ ਦੇ ਸਰਗਨੇ ਵਜੋਂ ਅੰਗਰੇਜ਼ ਸਰਕਾਰ ਨੇ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਲ ਗੱਡੀ ਦੇ ਡੱਬਿਆਂ ਵਿੱਚ ਡੱਕ ਕੇ 6 ਦਿਨ ਰੱਖਿਆ। 28 ਅਪ੍ਰੈਲ ਨੂੰ ਫੌਜ ਦੇ ਕਮਿਸ਼ਨਰ ਕੋਲ ਪੇਸ਼ ਕਰਨ ਪਿੱਛੋਂ 22 ਮਈ 1919 ਨੂੰ ਮੌਤ ਦੀ ਸਜ਼ਾ ਸੁਣਾਈ ਗਈ। 30 ਮਈ ਨੂੰ ਚੂੜਕਾਣੇ ਤੋਂ ਪਕੜੇ ਗਏ 6 ਦੋਸ਼ੀਆਂ ਦੀ ਸਜ਼ਾ ਕਾਲੇ ਪਾਣੀ ਦੀ ਸਜ਼ਾ ਵੀ ਤਬਦੀਲ ਕਰ ਦਿੱਤੀ ਗਈ। 10 ਦਿਨ ਕਲਕੱਤੇ ਰੱਖਣ ਤੋਂ ਬਾਅਦ ਹੋਰ ਕੈਦੀਆਂ ਨਾਲ ਰਾਜਾ ਕੰਪਨੀ ਦੇ ਜਹਾਜ਼ ਰਾਹੀਂ ਅੰਡੇਮਾਨ ਨਿਕੋਬਾਰ ਟਾਪੂਆਂ ਵਿਖੇ ਕਾਲੇ ਪਾਣੀ ਭੇਜ ਦਿੱਤਾ ਗਿਆ। ਕਾਲੇ ਪਾਣੀ ਵਿੱਚ ਜੇਲ੍ਹ ਦੌਰਾਨ ਸਰਦਾਰ ਝੱਬਰ ਜੀ ਦੀ ਮੁਲਾਕਾਤ ਗੁਜਰਾਤ ਦੇ ਕਿਰਪਾ ਰਾਮ, ਜੋ 1915 ਦੀ ਸਾਜ਼ਿਸ਼ ਕੇਸ ਦੇ ਦੋਸ਼ੀ ਸਨ ਤੇ ਹੁਸ਼ਿਆਰਪੁਰ ਦੇ ਹਿਰਦੇ ਰਾਮ ਵਰਗੇ ਇਨਕਲਾਬੀਆਂ ਨਾਲ ਹੋਈ ਤੇ ਰਾਜਨੀਤੀ ਦੇ ਗੰਭੀਰ ਨੁਕਤੇ ਉਸਨੇ ਇਹਨਾਂ ਇਨਕਲਾਬੀਆਂ ਦੇ ਸੰਪਰਕ ਵਿੱਚ ਆਉਣ ਨਾਲ ਗ੍ਰਹਿਣ ਕੀਤੇ। ਮਾਰਚ 1920 ਵਿੱਚ ਝੱਬਰ ਸਮੇਤ ਚੂੜਕਾਣੇ ਦੇ ਫੌਜਦਾਰੀ ਮੁਜਰਮਾਂ ਨੂੰ ਅਖਬਾਰ ਰਾਹੀਂ ਆਪਣੀ ਰਿਹਾਈ ਦੀ ਖਬਰ ਮਿਲੀ। ਤਦ ਤੱਕ ਝੱਬਰ ਨੂੰ ਖਤਰਨਾਕ ਸਿਆਸੀ ਆਗੂ ਜਾਣਿਆ ਲੱਗ ਪਿਆ ਸੀ। 1 ਸਾਲ ਦੇ ਸਿਆਸੀ ਸਬਕ ਗ੍ਰਹਿਣ ਕਰਨ ਪਿੱਛੋਂ ਕਰਤਾਰ ਸਿੰਘ ਝੱਬਰ ਤੇ ਉਸਦੇ ਸਾਥੀ ਮਾਸਟਰ ਮੋਤਾ ਸਿੰਘ ਨੇ ਮਿਲ ਕੇ ਲਲਿਆਣੀ, ਲਾਹੌਰ, ਵਿਛੋਆ, ਅੰਮ੍ਰਿਤਸਰ, ਧਾਰੋਵਾਲੀ, ਸ਼ੇਖੂਪੁਰਾ, ਖੁਸ਼ਹਾਲਪੁਰ, ਕੋਠਾ, ਗੁਰਦਾਸਪੁਰ ਇਤਿਆਦि ਥਾਵਾਂ ਤੇ ਕਈ ਕਾਨਫਰੰਸਾਂ ਕੀਤੀਆਂ। ਇਹਨਾਂ ਵਿੱਚ ਜੋ ਰਾਜਨੀਤਿਕ ਜਨਰਲ ਡਾਇਰ ਦੇ ਵਿਦਾਇਗੀ ਸਮਾਰੋਹ ਆਯੋਜਨ ਵਿੱਚ ਸ਼ਾਮਲ ਹੋਏ ਸਨ, ਉਹਨਾਂ ਵਿਰੁੱਧ ਧਰਮ ਤੇ ਬਰਾਦਰੀ ਵਿੱਚੋਂ ਛੇਕੇ ਜਾਣ ਦੇ ਮਤੇ ਵੀ ਪਾਸ ਕੀਤੇ। ਹੁਣ ਗੱਲ ਕਰਦੇ ਹਾਂ ਗੁਰਦੁਆਰਾ ਸੁਧਾਰ ਲਹਿਰ ਦੀ। ਧਾਰੋਵਾਲੀ ਕਾਨਫਰੰਸ ਤੋਂ ਪ੍ਰਭਾਵਿਤ ਹੋਣ ਬਾਅਦ ਖਾਲਸਾ ਹਾਈ ਸਕੂਲ ਸਾਂਗਲਾਹਿਲ ਦੇ ਮੈਨੇਜਰ ਸਰਦਾਰ ਦਲੀਪ ਸਿੰਘ ਨੇ 10 ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਬੇਰ ਸਾਹਿਬ ਗੁਰਦੁਆਰੇ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ। 1920 ਅਕਤੂਬਰ ਨੂੰ ਇੱਕ ਜਥੇ ਦੀ ਅਗਵਾਈ ਕਰਕੇ ਅਕਾਲ ਤਖਤ ਅੰਮ੍ਰਿਤਸਰ ਦਾ ਪ੍ਰਬੰਧ ਮਹੰਤਾਂ ਤੋਂ ਛੁਡਵਾ ਕੇ ਸਿੱਖ ਮਹੰਤਾਂ ਹੇਠ ਲਿਆਂਦਾ। ਮੈਂ ਇਹ ਇੰਪੋਰਟੈਂਟ ਜਿਹੜੇ ਉਹਨਾਂ ਦੇ ਅਚੀਵਮੈਂਟਸ ਹਨ ਉਹਨਾਂ ਦੀ ਗੱਲ ਕਰ ਰਿਹਾ। ਇਹਨਾਂ ਦੀ ਡਿਟੇਲ ਵਿੱਚ ਵੀ ਅਸੀਂ ਗੱਲ ਕਰਾਂਗੇ। 15 ਅਕਤੂਬਰ 1920 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਵੀ ਸਿੱਖ ਸੰਗਤਾਂ ਦੀ ਥਾਪੀ ਕਮੇਟੀ ਹੇਠ ਲਿਆਂਦਾ ਗਿਆ। 15 ਨਵੰਬਰ 1920 ਨੂੰ ਜ਼ਿਲ੍ਹੇਵਾਰ ਪ੍ਰਤੀਨਿਧਤਾ ਵਾਲੇ
175 ਮੈਂਬਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਜਿਸ ਦੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਨ, ਇਹਨਾਂ ਨੇ ਕਰਵਾਈ। 18 ਨਵੰਬਰ 1920 ਨੂੰ 25 ਸਿੰਘਾਂ ਦੇ ਜਥੇ ਨਾਲ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਤੇ ਕਬਜ਼ਾ। 20 ਫਰਵਰੀ 1920 ਨੂੰ ਸਰਦਾਰ ਲਛਮਣ ਸਿੰਘ ਦੇ ਨਾਲ 200 ਸਿੰਘਾਂ ਦੀ ਸ਼ਹੀਦੀ ਉਪਰੰਤ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਲਗਭਗ 1000 ਸਿੰਘਾਂ ਦੀ ਦਲੇਰਾਨਾ ਅਗਵਾਈ ਵਿੱਚ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਕੋਲੋਂ ਹਾਸਲ ਕਰਵਾਈਆਂ। 24 ਦਸੰਬਰ ਨੂੰ ਅਕਾਲੀ ਜਥਾ ਖਰਾ ਸੌਦਾ ਬਾਰ ਦੀ ਸਥਾਪਨਾ, ਜਿਸ ਦਾ ਪ੍ਰਧਾਨ ਕਰਤਾਰ ਸਿੰਘ ਸੀ। ਇਸ ਉਪਰੰਤ ਨਨਕਾਣਾ ਸਾਹਿਬ ਦੇ ਕਈ ਹੋਰ ਗੁਰਦੁਆਰਿਆਂ ਤੇ ਕਬਜ਼ਾ। ਅਕਤੂਬਰ 18 ਅਤੇ 20 ਅਕਤੂਬਰ ਨੂੰ 1920 ਦੌਰਾਨ ਹੋਈ ਸਿੱਖ ਲੀਗ ਕਾਨਫਰੰਸ, ਜਿਸ ਦੇ ਸਰਗਰਮ ਕਾਰਕੁਨ ਕਰਤਾਰ ਸਿੰਘ ਝੱਬਰ ਸਨ, ਵਿੱਚ ਸਿੱਖ ਸਿਆਸੀ ਮੰਗਾਂ ਤਹਿਤ ਕੀਤੀਆਂ ਗਈਆਂ, ਜਿਨ੍ਹਾਂ ਚੋਂ ਪ੍ਰਮੁੱਖ ਇਹ ਸਨ। 1 ਨੰਬਰ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨਾ, ਦੂਸਰਾ ਰਾਜਸੀ ਕੈਦੀਆਂ ਦੀ ਰਿਹਾਈ ਕਰਵਾਉਣੀ, ਤੇ ਤੀਸਰਾ ਸੀ ਪੰਜਾਬ ਕੌਂਸਲ ਵਿੱਚ 33% ਸੀਟਾਂ ਸਿੱਖਾਂ ਲਈ ਰਾਖਵੀਆਂ ਕਰਨੀਆਂ। ਇਸ ਸਿਆਸੀ ਸਫ਼ਰ ਵਿੱਚ 12 ਮਾਰਚ 1921 ਨੂੰ ਗ੍ਰਿਫਤਾਰੀ ਰਿਹਾਈ ਦੇ ਬਾਵਜੂਦ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਚਾਬੀਆਂ ਦੇ ਮੋਰਚੇ ਵਿੱਚ ਆਪ ਜੀ ਨੇ ਸਰਗਰਮ ਹਿੱਸਾ ਲਿਆ। 1925 ਵਿੱਚ ਤੀਜੀ ਵਾਰ ਗ੍ਰਿਫਤਾਰੀ ਉਪਰੰਤ 1928 ਵਿੱਚ ਰਿਹਾ ਕੀਤਾ ਗਿਆ। 1935 ਵਿੱਚ ਉਹਨਾਂ ਤੇ ਕਤਲ ਦਾ ਇੱਕ ਝੂਠਾ ਮੁਕੱਦਮਾ ਚਲਾਇਆ ਗਿਆ ਤੇ 1947 ਆਜ਼ਾਦੀ ਉਪਰੰਤ ਕਈ ਸਾਲ ਆਪ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਔਰ ਜੀਵਨ ਦੇ ਅੰਤਮ ਪੜਾਅ ਵਿੱਚ ਹਾਂਬਰੀ ਜ਼ਿਲ੍ਹਾ ਕਰਨਾਲ ਵਿੱਚ ਇਕਾਂਤ ਵਿੱਚ ਰਹਿੰਦੇ ਹੋਏ ਉਹਨਾਂ 20 ਨਵੰਬਰ 1962 ਨੂੰ ਜਿਹੜੇ ਹੈ ਉਹ ਅਕਾਲ ਚਲਾਣਾ ਕਰ ਗਏ। ਤਾਂ ਆਓ ਇਹ ਜਿਹੜੀ ਬਰੀਫ ਵਿੱਚ ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਗੱਲ ਕੀਤੀ ਹੈ, ਤਾਂ ਆਓ ਉਹਨਾਂ ਦੀਆਂ ਕੁਝ ਪ੍ਰਾਪਤੀਆਂ ਜਿਹੜੀਆਂ ਹਨ ਉਹਨਾਂ ਬਾਰੇ ਵੀ ਥੋੜੀ ਜੀ ਆਪਾਂ ਝਾਤ ਮਾਰਦੇ ਹਾਂ। ਹਾਂਜੀ, ਗੁਰਦੁਆਰਿਆਂ ਦੀ ਆਜ਼ਾਦੀ ਦਾ ਜੋ ਮਸਲਾ ਜੋ ਚੁੱਕਿਆ ਸੀ ਝੱਬਰ ਸਾਹਿਬ ਨੇ, ਇਹ ਇਤਿਹਾਸ ਜਥੇਦਾਰ ਕਰਤਾਰ ਸਿੰਘ ਜੀ ਦੇ ਜ਼ਿਕਰ ਤੋਂ ਬਿਨਾਂ ਅਧੂਰਾ ਜਾਪਦਾ ਹੈ। ਔਰ ਆਪ ਜੀ, ਜਿਵੇਂ ਮੈਂ ਪਹਿਲੇ ਦੱਸਿਆ ਹੈ ਕਿ ਆਪ ਜੀ ਸਰਦਾਰ ਮੰਗਲ ਸਿੰਘ ਜੀ ਦੇ ਪੋਤੇ ਸਨ ਔਰ ਆਪ ਜੀ ਦੇ ਪਿਤਾ ਜੀ ਦਾ ਨਾਮ ਤੇਜਾ ਸਿੰਘ ਸੀ ਔਰ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਝੱਬਰਾਂ ਨਾਲ ਸਮਝੌਤਾ ਹੋ ਜਾਣ ਮਗਰੋਂ ਆਪਣੀ ਸੈਨਾ ਵਿੱਚ ਕੁਮੇਦਾਨ ਨਿਯੁਕਤ ਕੀਤਾ ਸੀ। ਆਪਣੇ ਪਿੰਡ ਵਿੱਚ ਜਿਹੜੀਆਂ ਹੈ ਉਹ ਸਿੱਖਿਆ ਆਪਨੇ ਜਿਵੇਂ ਗੁਰਦੁਆਰੇ ਚੋਂ ਹੀ ਪ੍ਰਾਪਤ ਕੀਤੀ। ਤੋਂ ਅਕਾਲੀ ਲਹਿਰ ਰਾਹੀਂ ਜਿਨ੍ਹਾਂ ਗੁਰਦੁਆਰਿਆਂ ਵਿੱਚ ਸੁਧਾਰ ਕੀਤਾ ਗਿਆ, ਉਹਨਾਂ ਵਿੱਚ ਬਾਬੇ ਦੀ ਬੇਰ ਸਿਆਲਕੋਟ ਉਹਨਾਂ ਚੋਂ ਪਹਿਲਾ ਗੁਰਦੁਆਰਾ ਸੀ। 26 ਦਸੰਬਰ 1918 ਨੂੰ ਜਦੋਂ ਮਹੰਤ ਹਰਨਾਮ ਸਿੰਘ ਦਾ ਦੇਹਾਂਤ ਹੋਇਆ ਤਾਂ ਉਸ ਦੀ ਵਿਧਵਾ ਨੇ ਆਪਣੇ ਨਾਬਾਲਗ ਪੁੱਤਰ ਗੁਰਚਰਨ ਸਿੰਘ ਨੂੰ ਇੱਕ ਆਨਰੇਰੀ ਮੈਜਿਸਟ੍ਰੇਟ ਗੰਡਾ ਸਿੰਘ ਦੀ ਸਰਪ੍ਰਸਤੀ ਹੇਠ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਇਸ ਕਾਰਵਾਈ ਵਿਰੁੱਧ ਸਾਰੇ ਪੰਜਾਬ ਦੇ ਸਿੱਖਾਂ ਅੰਦਰ ਰੋਸ ਦੀ ਲਹਿਰ ਦੌੜ ਪਈ ਤੇ ਇਸ ਵਿਰੁੱਧ ਰੋਸ ਪ੍ਰਗਟਾਇਆ ਗਿਆ। ਤਾਰੋਵਾਲੀ ਦੇ ਦੀਵਾਨ ਵਿੱਚ ਵੀ ਅੰਤਲੇ 3 ਦਿਨ ਸ਼ਾਮ ਦੇ 3 ਵਜੇ ਝੱਬਰ ਜੀ ਨੂੰ ਭਾਈ ਤੇਜਾ ਸਿੰਘ ਪੁੱਚਰ ਵੱਲੋਂ ਤਾਰ ਮਿਲੀ, ਜਿਸ ਵਿੱਚ ਉਹਨਾਂ ਨੇ ਝੱਬਰ ਜੀ ਨੂੰ ਜਥਾ ਲੈ ਕੇ ਬਾਬੇ ਦੀ ਵੇਰ ਪੂਜਣ ਲਈ ਬੇਨਤੀ ਕੀਤੀ। 1920 ਦੇ ਸ਼ੁਰੂ ਵਿੱਚ ਕਰਤਾਰ ਸਿੰਘ ਝੱਬਰ ਜੀ ਗੁਰਦੁਆਰਾ ਬਾਬੇ ਦੀ ਬੇਰ ਨੂੰ ਭ੍ਰਿਸ਼ਟ ਮਹੰਤ ਦੇ ਕਬਜ਼ੇ ਚੋਂ ਛੁਡਾਉਣ ਲਈ 300 ਸਿੱਖਾਂ ਦਾ ਇੱਕ ਜਥਾ ਲੈ ਕੇ ਸਿਆਲਕੋਟ ਪਹੁੰਚ ਗਏ। ਇਸ ਮਗਰੋਂ ਗੁਰਦੁਆਰੇ ਤੇ ਕਬਜ਼ਾ ਕਰਕੇ ਇਸ ਦੇ ਪ੍ਰਬੰਧ ਲਈ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਸ਼ਰਧਾਲੂ ਸਿੱਖਾਂ ਦੀ ਇੱਕ 9 ਮੈਂਬਰੀ ਕਮੇਟੀ ਬਣਾਈ ਗਈ। ਇਸ ਤਰ੍ਹਾਂ ਸਰਦਾਰ ਖੜਕ ਸਿੰਘ ਅਕਾਲੀ ਲਹਿਰ ਵਿੱਚ ਸ਼ਾਮਲ ਹੋਏ। ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ। ਸੋਹਣ ਸਿੰਘ ਜੋਸ਼ ਅਨੁਸਾਰ ਅਕਾਲੀ ਆਗੂਆਂ ਨੇ ਗੁਰਦੁਆਰਾ ਤਹਿਰੀਕ ਨੂੰ ਗੁਰਦੁਆਰਾ ਸੁਧਾਰ ਦੀ ਤਹਿਰੀਕ ਆਖਿਆ ਸੀ, ਪਰ ਅਸਲ ਵਿੱਚ ਇਹ ਨਿਰੋਲ ਗੁਰਦੁਆਰਾ ਸੁਧਾਰ ਲਹਿਰ ਨਹੀਂ ਸੀ। ਮੁੱਖ ਤੌਰ ਤੇ ਇਹ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਸੀ। 12 ਅਕਤੂਬਰ 1920 ਨੂੰ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਵਿੱਚ ਦੀਵਾਨ ਰੱਖਿਆ। ਇਸ ਦੀਵਾਨ ਵਿੱਚ ਚੀਫ ਖਾਲਸਾ ਦੀਵਾਨ ਸਿੰਘ ਸਭਾ ਦੇ ਮੁਖੀ
ਅਤੇ ਖਾਲਸਾ ਕਾਲਜ ਦੇ 3 ਪ੍ਰੋਫੈਸਰ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ ਅਤੇ ਨਿਰੰਜਨ ਸਿੰਘ ਜੀ ਸ਼ਾਮਲ ਹੋਏ। ਉਹਨਾਂ ਨੇ ਜਾਤ ਪਾਤ ਦੇ ਛੂਤ ਨੂੰ ਮਿਟਾਉਣ ਲਈ ਪ੍ਰਚਾਰ ਕੀਤਾ। ਬਾਅਦ 'ਚ ਫੈਸਲਾ ਕੀਤਾ ਗਿਆ ਕਿ ਕੁਝ ਪਛੜੀਆਂ ਜਾਤੀਆਂ ਦੇ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਮਗਰੋਂ ਇਹਨਾਂ ਨੂੰ ਦਰਬਾਰ ਸਾਹਿਬ ਲਿਜਾ ਕੇ ਉੱਥੇ ਮੱਥਾ ਟਿਕਾਇਆ ਜਾਏ, ਉਹਨਾਂ ਤੋਂ ਕੜਾਹ ਪ੍ਰਸ਼ਾਦ ਕਰਵਾਇਆ ਜਾਏ। ਪਰ ਹਿੰਦੂ ਪੁਜਾਰੀ ਬ੍ਰਿਟਿਸ਼ ਹਕੂਮਤ ਦੇ ਪਿੱਠੂ ਹੋਣ ਕਰਕੇ ਅਰਦਾਸ ਕਰਨ ਨੂੰ ਤਿਆਰ ਨਹੀਂ ਸੀ। ਜਥੇਦਾਰ ਝੱਬਰ ਨੇ ਸਾਰੇ ਹਾਲਾਤ ਦਾ ਪਤਾ ਲਗਾ ਕੇ ਪੁਜਾਰੀ ਨੇ ਪ੍ਰਸ਼ਾਦ ਪ੍ਰਵਾਨ ਕਰਨ ਅਤੇ ਅਰਦਾਸ ਕਰਨ ਤੋਂ ਮਨਾ ਕਰ ਦਿੱਤਾ। ਨਤੀਜੇ ਵਜੋਂ ਝੱਬਰ ਜੀ ਨੇ 25 ਨੌਜਵਾਨ ਸਿੰਘਾਂ ਦਾ ਜਥਾ ਕਾਇਮ ਕਰਨ ਦਾ ਐਲਾਨ ਕੀਤਾ ਅਤੇ ਸਭ ਤੋਂ ਪਹਿਲਾਂ ਆਪਣਾ ਨਾਮ ਪੇਸ਼ ਕੀਤਾ। ਮਗਰੋਂ ਕੇਂਦਰੀ ਖਾਲਸਾ ਮਾਝਾ ਦੀਵਾਨ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਆਪਣੇ ਜਥੇ ਦੀ ਸੇਵਾ ਪੇਸ਼ ਕੀਤੀ, ਜੋ ਪ੍ਰਵਾਨ ਕਰ ਲਈ ਗਈ। ਮਗਰੋਂ ਭੁੱਚਰ ਜੀ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਇਸ ਸਮੇਂ ਪਵਿੱਤਰ ਸਥਾਨ ਹਸਨ ਅਬਦਾਲ ਗੁਰਦੁਆਰਾ ਪੰਜਾ ਸਾਹਿਬ ਦੇ ਸੁਧਾਰ ਲਈ ਅੰਦੋਲਨ ਸ਼ੁਰੂ ਹੋਇਆ। ਸਰ ਕਰਤਾਰ ਸਿੰਘ ਝੱਬਰ ਦੀ ਅਧੀਨਗੀ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 25 ਅਕਾਲੀਆਂ ਦਾ ਜਥਾ ਮਹੰਤ ਮਿੱਠਾ ਸਿੰਘ ਦੇ ਵਿਰੁੱਧ ਭੇਜਿਆ ਗਿਆ। ਇਹ ਜਥਾ 18 ਨਵੰਬਰ 1920 ਨੂੰ ਗੁਰਦੁਆਰਾ ਪੰਜਾ ਸਾਹਿਬ ਪਹੁੰਚਿਆ। ਇਸ ਗੁਰਦੁਆਰੇ ਦਾ ਮਹੰਤ ਮਿੱਠਾ ਸਿੰਘ ਚੰਗੀ ਤਰ੍ਹਾਂ ਦੇਖਭਾਲ ਨਹੀਂ ਸੀ ਕਰਦਾ। 1915 ਈਸਵੀ ਵਿੱਚ ਲਾਹੌਰ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਮਾਚਾਰ ਪੱਤਰ ਪੰਥ ਸੇਵਕ ਵਿੱਚ ਛਪੇ ਕੁਝ ਮੁੱਢਲੇ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਿਆ ਕਿ ਮਹੰਤ ਨੇ ਨਾ ਸਿਰਫ ਜਗੀਰ ਬਲਕਿ ਗੁਰਦੁਆਰਾ ਵੀ ਆਪਣੇ ਨਾਂ ਕਰਾ ਲਿਆ ਸੀ। ਫਿਰੋਜ਼ਪੁਰ ਦੀਵਾਨ ਵਿੱਚ ਇਸ ਬਾਰੇ ਚਰਚਾ ਵੀ ਹੋਈ। 19 ਨਵੰਬਰ 1920 ਨੂੰ ਜਦੋਂ ਜਥਾ ਕੀਰਤਨ ਕਰ ਰਿਹਾ ਸੀ ਤਾਂ ਮਹੰਤ ਦੇ ਹਮਾਇਤੀ ਕਰਤਾਰ ਸਿੰਘ ਝੱਬਰ ਅਤੇ ਉਸਦੇ ਸਾਥੀਆਂ ਨੂੰ ਮਾੜੇ ਸ਼ਬਦ ਆਖਣ ਲੱਗੇ। ਜਦੋਂ ਇਸ ਝਗੜੇ ਦੀ ਖਬਰ ਸ਼ਹਿਰ ਵਿੱਚ ਪਹੁੰਚੀ ਤਾਂ ਸੁਧਾਰਕਾਂ ਦੇ ਹੋਰ ਹਮਾਇਤੀ ਜਲਦੀ ਹੀ ਗੁਰਦੁਆਰੇ ਪਹੁੰਚ ਗਏ। ਬਾਅਦ 'ਚ ਕਰਤਾਰ ਸਿੰਘ ਝੱਬਰ ਨੇ ਚੜਾਵੇ ਦੀ ਗੋਲਕ ਤੇ ਕਬਜ਼ਾ ਕਰ ਲਿਆ ਅਤੇ ਮਹੰਤ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਇਸ ਬਾਰੇ ਗਿਆਨੀ ਨਾਹਰ ਸਿੰਘ ਵੀ ਰੋਜ਼ਾਨਾ ਅਸਲੀ ਕੌਮੀ ਦਰਦ ਅਖਬਾਰ ਵਿੱਚ ਮਿਤੀ 26 ਜਨਵਰੀ 1927 ਵਿੱਚ ਲਿਖਦੇ ਹਨ ਕਿ ਜਥੇਦਾਰ ਕਰਤਾਰ ਸਿੰਘ ਜੀ ਤੇ ਹੋਰ ਸੇਵਕਾਂ ਦੀ ਸਿਆਣਪ ਦਾ ਇਹ ਫਲ ਹੋਇਆ ਕਿ ਕਿਸੇ ਖਤਰਨਾਕ ਫਸਾਦ ਅਤੇ ਲਹੂ ਦੀ ਇੱਕ ਬੂੰਦ ਵੀ ਡੁੱਲਣ ਤੋਂ ਬਿਨਾਂ ਹੀ ਗੁਰਦੁਆਰਿਆਂ ਦੇ ਪ੍ਰਬੰਧ ਪੰਥ ਦੀ ਇੱਛਾ ਅਨੁਸਾਰ ਅਕਾਲੀਆਂ ਦੇ ਹੱਥ ਆ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਸਿੱਖਾਂ ਦੇ ਧਾਰਮਿਕ ਸਥਾਨ ਵਿੱਚ ਸਭ ਤੋਂ ਪ੍ਰਮੁੱਖ ਸਥਾਨ ਹੈ। ਮਹੰਤ ਸਾਧੂ ਰਾਮ ਦੀ ਮੌਤ ਮਗਰੋਂ ਮਹੰਤ ਦੀ ਗੱਦੀ ਤੇ ਬੈਠਣ ਵਾਲਾ ਮਹੰਤ ਨਾਰਾਇਣ ਦਾਸ ਵੀ ਆਪਣੇ ਪੂਰਵ ਅਧਿਕਾਰੀ ਦੇ ਕਦਮਾਂ ਤੇ ਹੀ ਚੱਲਦਾ ਰਿਹਾ। ਸਮਾਂ ਪਾ ਕੇ ਉਸਨੇ ਬੁਰਾਈਆਂ ਨੂੰ ਆਪਣੇ ਵਿਹਾਰ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਮਹੰਤ ਨੇ ਨਨਕਾਣਾ ਸਾਹਿਬ ਵਿੱਚ ਨੱਚਣ ਵਾਲੀਆਂ ਔਰਤਾਂ ਸਦੀਆਂ ਅਤੇ ਜਨਮ ਅਸਥਾਨ ਦੀ ਪਵਿੱਤਰ ਹੱਦਬੰਦੀ 'ਚ ਲੱਚਰ ਗੀਤ ਗਾਉਣ ਦੀ ਇਜਾਜ਼ਤ ਦਿੱਤੀ। ਉਹ ਨਿੱਜੀ ਤੌਰ ਤੇ ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਮਿਸਟਰ C.M. ਕਿੰਗ ਨੂੰ ਵੀ ਮਿਲਿਆ, ਜਿਸ ਨੇ ਉਸ ਨੂੰ ਇਹ ਭਰੋਸਾ ਦਿਵਾਇਆ ਕਿ ਜੇ ਅਕਾਲੀਆਂ ਨੇ ਉਸ ਦੇ ਗੁਰਦੁਆਰੇ ਤੇ ਹਮਲਾ ਕੀਤਾ ਤਾਂ ਸਰਕਾਰ ਮਹੰਤ ਦੀ ਮਦਦ ਕਰੇਗੀ। ਮਹੰਤ ਨਾਰਾਇਣ ਦੇ ਇਹਨਾਂ ਕਾਰਨਾਮਿਆਂ ਦਾ ਅਕਾਲੀ ਆਗੂਆਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਜਿਨ੍ਹਾਂ ਨੇ ਜਥਿਆਂ ਨੂੰ 4 ਮਾਰਚ 1921 ਨੂੰ ਵਿਉਂਤੇ ਆਮ ਇਕੱਠ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣ ਦਾ ਫੈਸਲਾ ਲਿਆ। ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਗੁਰਦੁਆਰਾ ਖਰਾ ਸੌਦਾ ਭੇਜਿਆ ਗਿਆ ਕਿ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣਾ ਸਾਹਿਬ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਉਸਦੀ ਯੋਜਨਾ ਨੂੰ ਤਿਆਗ ਦੇਣ ਅਤੇ ਉਸ ਨੂੰ ਪ੍ਰੇਰਣ। ਪਰ ਭਾਈ ਲਛਮਣ ਸਿੰਘ ਧਾਰੋਵਾਲ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ 19 ਫਰਵਰੀ 1921 ਦੀ ਸ਼ਾਮ ਨੂੰ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ। ਜਿਉਂ ਹੀ ਜਥਾ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਦੇ ਅੰਦਰ ਦਾਖਲ ਹੋਇਆ, ਬਾਹਰ ਬਿਠਾਏ ਪਠਾਨਾਂ ਨੇ ਮਹੰਤ ਦੇ ਇਸ਼ਾਰਾ ਨਾਲ ਫਾਟਕ ਬੰਦ ਕਰ ਦਿੱਤਾ। ਭਾਈ ਲਛਮਣ ਸਿੰਘ ਤੇ ਜਥੇ ਅਤੇ ਦੂਜੇ ਜਥਿਆਂ ਦੇ ਸਿੰਘਾਂ ਨੂੰ ਮਾਰ ਦੇਣ ਅਤੇ ਜ਼ਖਮੀ ਕਰਨ ਮਗਰੋਂ ਮਹੰਤ ਤੇ ਉਸਦੇ ਗੁੰਡਿਆਂ ਨੇ ਮੁਰਦਿਆਂ ਅਤੇ ਫੱਟੜਾਂ ਨੂੰ ਇੱਕ ਥਾਂ ਜਮ੍ਹਾਂ ਕੀਤਾ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਕਰਤਾਰ ਸਿੰਘ ਝੱਬਰ ਨੂੰ ਜਦੋਂ ਇਸ ਖੂਨੀ ਸਾਕੇ ਦੀ ਖਬਰ ਮਿਲੀ ਤਾਂ ਉਹ ਕਰੀਬ 2200 ਅਕਾਲੀਆਂ ਦੇ ਇੱਕ ਮਜ਼ਬੂਤ ਜਥੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਦੇ ਨੇੜੇ ਪਹੁੰਚਿਆ। ਡਿਪਟੀ ਕਮਿਸ਼ਨਰ ਕਰੀ ਦਾ ਹੁਕਮ ਆਇਆ
ਜਥਾ ਅੱਗੇ ਲੈ ਕੇ ਨਹੀਂ ਆਓ, ਵਾਪਸ ਚਲੇ ਜਾਓ ਅਤੇ ਖਿੱਲਰਪੁਰ ਨੂੰ ਜਾਓ। ਝੱਬੜ ਜੀ ਨੇ ਗੁੱਸੇ ਨਾਲ ਇਹ ਹੁਕਮਨਾਮਾ ਪਰਾਂ ਸੁੱਟ ਦਿੱਤਾ ਅਤੇ ਪੈਗਾਮ ਲਿਆਉਣ ਵਾਲੇ ਨੂੰ ਕਿਹਾ, ਮੈਂ ਜਥਾ ਲੈ ਕੇ ਆਉਂਦਾ ਹਾਂ, ਜੋ ਤੇਰੀ ਮਰਜ਼ੀ ਹੈ ਕਰ ਲੈ। ਜਾਪਦਾ ਹੈ ਕਿ ਇਸ ਗੱਲ ਨੂੰ ਡਿਪਟੀ ਕਮਿਸ਼ਨਰ ਜਿਹੜਾ ਝੱਬਰ ਜੀ ਦੇ ਇਹਨਾਂ ਵਾਕਾਂ ਤੋਂ ਜਿਹੜਾ ਹੈ ਉਹ ਘਬਰਾ ਗਿਆ, ਜਦੋਂ ਝੱਬਰ ਜੀ ਨੇ ਕਿਹਾ ਕਿ ਵੀ ਤੂੰ ਆਪਣੇ ਕੋਲ ਜਿਹੜੀਆਂ ਬੰਦੂਕਾਂ ਤੇ ਜਿਹੜੀਆਂ ਬੇੜੀਆਂ ਹੋਈਆਂ ਹਨ, ਤੂੰ ਆਪਣਾ ਜਿਹੜਾ ਹੈ ਉਹ ਚਲਾ ਲੈ, ਆਪਣਾ ਦਮ ਲਗਾ ਲੈ, ਤੇ ਮੇਰੇ ਜਿਹੜੇ ਸਿੰਘ ਹਨ ਉਹਨਾਂ ਕੋਲ ਵੀ ਬੰਦੂਕਾਂ ਹਨ ਤੇ ਉਹ ਵੀ ਖੜੇ ਹਨ, ਤੇ ਤੂੰ ਆਪਣਾ ਜ਼ੋਰ ਲਾ ਲੈ ਤੇ ਸਾਡੇ ਸਿੰਘ ਵੀ ਡਟੇ ਹੋਏ ਹਨ, ਅਸੀਂ ਦੇਖਾਂਗੇ ਅਸੀਂ ਕਿਵੇਂ ਗੁਰਦੁਆਰਾ ਸਥਾਨ ਆਜ਼ਾਦ ਕਰਾਉਣਾ ਹੈ। ਤੇ ਪਰ ਉਸਨੇ ਇਸ ਡਿਪਟੀ ਕਮਿਸ਼ਨਰ ਜਿਹੜਾ ਹੈ ਉਹ ਝੱਬਰ ਜੀ ਦੇ ਇਸ ਐਲਾਨ ਤੋਂ ਬਾਅਦ ਨਰਮ ਹੋ ਗਿਆ ਤੇ ਜਨਮ ਸਥਾਨ ਦੀਆਂ ਚਾਬੀਆਂ ਇਸ ਸ਼ਰਤ ਤੇ ਦੇਣ ਲਈ ਬਣ ਗਿਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣਾ ਦੇਣ ਲਈ ਸਹਿਮਤ ਹੋ ਜਾਣ। ਇਹ ਮੌਕਾ ਜਿਹੜਾ ਹੈ ਬੜਾ ਨਾਜ਼ੁਕ ਮੌਕਾ ਸੀ, ਜਿਹਦੇ 'ਚ ਕੁਝ ਵੀ ਹੋ ਸਕਦਾ ਸੀ। ਸਿੰਘ ਆਪਣੇ ਸਿਰ ਤੇ ਕਫਨ ਬਣ ਕੇ ਉੱਤੇ ਗਏ ਸਨ ਕਿ ਅਸੀਂ ਗੁਰਦੁਆਰਾ ਆਜ਼ਾਦ ਕਰਕੇ ਹੀ ਵਾਪਸ ਆਉਣਾ ਹੈ, ਨਹੀਂ ਤੇ ਸ਼ਹੀਦੀਆਂ ਪ੍ਰਾਪਤ ਕਰਾਂਗੇ, ਜਿਵੇਂ ਸਾਡੇ ਤੋਂ ਪਹਿਲੇ ਜਥੇ ਨੇ ਪ੍ਰਾਪਤ ਕੀਤੀਆਂ। ਕੁਝ ਵਿਚਾਰ ਵਟਾਂਦਰੇ ਪਿੱਛੋਂ 3 ਮਾਰਚ 1921 ਨੂੰ ਗੁਰਦੁਆਰਾ ਇੱਕ 7 ਮੈਂਬਰੀ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੇ ਆਗੂ ਹਰਬੰਸ ਸਿੰਘ ਅਟਾਰੀਵਾਲਾ ਦੇ ਅਧੀਨ ਕਰ ਦਿੱਤਾ ਗਿਆ। ਮਹਿੰਦਰ ਸਿੰਘ ਆਪਣੀ ਪੁਸਤਕ ਅਕਾਲੀ ਲਹਿਰ ਦੇ ਸਫਾ 39 ਦੇ ਲਿਖਦੇ ਹਨ ਕਿ 3 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਖੇ ਇੱਕ ਵੱਡਾ ਸ਼ਹੀਦੀ ਦੀਵਾਨ ਹੋਇਆ। ਇਸ ਵਿੱਚ ਸਰਦਾਰ ਕਰਤਾਰ ਸਿੰਘ ਝੱਬਰ ਜੀ, ਜਿਸ ਨੇ ਡਿਪਟੀ ਕਮਿਸ਼ਨਰ ਮਿਸਟਰ JC ਕਰੀ ਤੋਂ ਜਨਮ ਸਥਾਨ ਦੀਆਂ ਚਾਬੀਆਂ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ, ਉਹਨਾਂ ਨੇ ਵੀ ਭਾਸ਼ਣ ਦਿੱਤਾ। 24 ਦਸੰਬਰ 1920 ਨੂੰ ਮਹੰਤ ਨਾਰਾਇਣ ਦਾਸ ਦੇ ਚੇਲੇ ਲਾਲ ਦਾਸ ਨੇ ਕਰਤਾਰ ਸਿੰਘ ਝੱਬਰ ਨੂੰ ਸੂਚਿਤ ਕੀਤਾ ਕਿ ਮਹੰਤ ਗੁਰਦੁਆਰੇ ਨੂੰ ਢਾਹ ਰਿਹਾ ਹੈ ਅਤੇ ਗੁਰਦੁਆਰੇ ਦੀ ਸੰਪਤੀ ਉਸਨੇ ਆਪਣੇ ਪਿੰਡ ਕਾਲੇ ਕੇ ਪਹੁੰਚਾ ਦਿੱਤੀ ਹੈ। ਮਹੰਤਨੀ ਈਸ਼ਰ ਕੌਰ ਨੇ ਇੱਕ ਚਿੱਠੀ ਮੰਗਲ ਸਿੰਘ ਸਿਰੋਕੀ ਅਤੇ ਤੇਜਾ ਸਿੰਘ ਚੂੜਕਾਣੇ ਰਾਹੀਂ ਝੱਬਰ ਜੀ ਨੂੰ ਭੇਜੀ। ਮਗਰੋਂ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਇੱਕ ਅਕਾਲੀ ਜਥਾ 27 ਦਸੰਬਰ 1920 ਨੂੰ ਗੁਰਦੁਆਰਾ ਖਰਾ ਸੌਦਾ ਵਿਖੇ ਪਹੁੰਚਿਆ। ਮਗਰੋਂ ਮਹੰਤ ਨੇ ਆਪਣਾ ਕਸੂਰ ਜਿਹੜਾ ਹੈ ਉਹ ਮੰਨ ਲਿਆ। ਤੋ ਇਸ ਤਰ੍ਹਾਂ ਇਹ ਝੱਬਰ ਜੀ ਦੀ ਜਿਹੜੀ ਇਹ ਕਾਰਵਾਈ ਹੈ ਇਹ ਬੜੀ ਹੀ ਦਲੇਰਾਨਾ ਹੈ। ਔਰ ਇੱਥੇ ਅਸੀਂ ਗੱਲ ਹੋਰ ਵੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਜਿਵੇਂ ਮੈਂ ਉੱਪਰ ਜ਼ਿਕਰ ਕੀਤਾ ਹੈ ਕਿ ਝੱਬਰ ਜੀ ਨੇ ਜਦੋਂ ਉਹਨਾਂ ਦਾ ਪ੍ਰਸ਼ਾਦ ਜਿਹੜਾ ਹੈ, ਜਿਹੜੇ ਸਿੰਘ ਸਜੇ ਸਨ ਅਛੂਤੀ ਜਾਤੀਆਂ ਕਹੀਆਂ ਜਾਣੀਆਂ ਵੱਲੋਂ, ਤਾਂ ਉਹਨਾਂ ਨੂੰ ਪ੍ਰਸ਼ਾਦ ਲੈਣ ਤੋਂ ਮਨਾ ਕਰ ਦਿੱਤਾ। ਤਾਂ ਉੱਥੇ ਹਥਿਆਰਬੰਦ ਹੋ ਕਰਕੇ ਸਰਦਾਰ ਤੇਜਾ ਸਿੰਘ ਜੀ ਝੱਬਰ ਔਰ ਉਹਨਾਂ ਦੇ ਸਾਥੀ ਪੁੱਜੇ ਸਨ। ਤਾਂ ਇਹਨਾਂ ਨੂੰ ਦੇਖ ਕਰਕੇ ਉਹ ਪੁਜਾਰੀ ਜਿਹੜੇ ਹਨ ਉਹ ਡਰ ਗਏ ਤੇ ਉੱਥੇ ਉਹਨਾਂ ਦਾ ਬਕਾਇਦਾ ਜਿਹੜੇ ਨਵੇਂ ਸਜੇ ਸਿੰਘ ਸਨ ਉਹਨਾਂ ਦਾ ਪ੍ਰਸ਼ਾਦ ਲਿਆ ਔਰ ਉਹਨਾਂ ਦੀ ਅਰਦਾਸ ਵੀ ਕੀਤੀ ਗਈ। ਤਾਂ ਇਸ ਤਰ੍ਹਾਂ ਹੀ ਉਹਨਾਂ ਨੇ ਦਰਬਾਰ ਸਾਹਿਬ ਦਾ ਵੀ ਜਿਹੜਾ ਹੈ ਉਹ ਕਬਜ਼ਾ ਲਿਆ। ਲੇਕਿਨ ਹੁਣ ਕਬਜ਼ਾ ਜਿਹੜਾ ਅੱਗੋਂ ਮਿਲਣਾ ਸੀਗਾ ਲਿਖਤ ਰੂਪ ਦੇ ਅੰਦਰ, ਉਹਦੇ ਵਿੱਚ ਕੁਝ ਅੜਚਨਾ ਸਨ। ਤਾਂ ਉਹ ਜਿਹੜਾ ਲੋਕਲ DC ਸੀ ਉਹਨੇ ਸੱਦਿਆ ਕਿ ਤੁਸੀਂ ਆ ਕੇ ਮੇਰੇ ਨਾਲ ਇਹ ਡਿਸਕਸ ਕਰੋ। ਤਾਂ ਧਰਮ ਸਿੰਘ, ਬਸੰਤ ਸਿੰਘ, ਰਸਾਲਦਾਰ ਨਸ਼ੌਰਾ ਪਨੂਆ, ਤੇਜਾ ਸਿੰਘ ਪੁੱਚਰ, ਤੇਜਾ ਸਿੰਘ ਚੂੜਕਾਣਾ ਅਤੇ ਸਰਦਾਰ ਕਰਤਾਰ ਸਿੰਘ ਝੱਬਰ ਜੀ DC ਦੀ ਕੋਠੀ ਤੇ ਪੁੱਜੇ। DC ਨਾਲ ਅੰਗਰੇਜ਼ੀ ਨਾਲ ਗੱਲ ਕਰਨ ਲਈ ਖਾਲਸਾ ਕਾਲਜ ਦੇ ਪ੍ਰੋਫੈਸਰ ਕਸ਼ਮੀਰਾ ਸਿੰਘ, ਬਾਬਾ ਹਰੀ ਕ੍ਰਿਸ਼ਨ ਸਿੰਘ ਨੂੰ ਵੀ ਅਕਾਲੀਆਂ ਨੇ ਉੱਥੇ ਸੱਦ ਲਿਆ। DC ਮਿਸਟਰ ਬਾਲਟਨ ਸਾਹਿਬ ਤੇ ਪੁਲਿਸ ਕਪਤਾਨ ਖੜੇ ਹੋ ਕੇ ਅਕਾਲੀਆਂ ਨੂੰ ਮਿਲੇ ਅਤੇ ਆਪਣੇ ਬਰਾਬਰ ਕੁਰਸੀਆਂ ਤੇ ਬਿਠਾਇਆ। DC ਗਵਰਨਰ ਵੱਲੋਂ ਆਇਆ ਅੰਗਰੇਜ਼ੀ ਵਿੱਚ ਟਾਈਪ ਕੀਤਾ ਸੰਦੇਸ਼ ਲਿਖਾਇਆ ਅਤੇ ਇਸ ਦਾ ਉਰਦੂ ਤਰਜਮਾ ਵੀ ਕਰਵਾਇਆ ਗਿਆ। ਦੱਸਿਆ ਗਿਆ ਕਿ ਇਸ ਵਿੱਚ ਲਿਖਿਆ ਸੀ ਕਿ ਜੋ ਆਪਨੇ ਦਰਬਾਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਹੈ, ਸਰਕਾਰ ਇਸ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦੀ, ਪਰ ਇਸ ਦੇ ਪ੍ਰਬੰਧ ਵਿੱਚ ਸਰਕਾਰ ਦਾ ਜੋ ਥੋੜਾ ਬਹੁਤ ਸੰਬੰਧ ਹੈ ਅਸੀਂ ਉਸ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਕੋਈ ਪ੍ਰਬੰਧਕ ਕਮੇਟੀ ਮੁਕਰਰ ਕਰੋ ਅਤੇ ਅਸੀਂ ਉਸਦੇ ਨਾਂ ਦਰਬਾਰ ਸਾਹਿਬ ਦਾ ਕਬਜ਼ਾ ਲਿਖ ਦਿੰਦੇ ਹਾਂ। ਅਕਾਲੀਆਂ ਨੂੰ ਕੋਈ ਆਸ ਨਹੀਂ ਸੀ ਕਿ ਉਹ ਇੰਨੀ ਛੇਤੀ ਉਹਨਾਂ ਨੂੰ ਕਬਜ਼ਾ ਦੇਣ ਲਈ ਤਿਆਰ ਹੋ ਜਾਣਗੇ। ਇਸ ਦੇ ਜਵਾਬ ਵਿੱਚ ਉਹਨਾਂ ਨੇ DC ਨੂੰ ਆਖਿਆ ਕਿ ਇੱਕ ਦਿਨ ਸਾਰਾ ਪੰਥ ਇਕੱਠਾ ਹੋਊਗਾ ਤੇ ਉਹੀ ਪ੍ਰਬੰਧਕ ਕਮੇਟੀ ਨੂੰ ਚੁਣੇਗਾ। ਤਾਂ ਸਰਕਾਰ ਅਕਾਲੀਆਂ ਦੇ ਕਬਜ਼ੇ ਨੂੰ
ਕਾਨੂੰਨੀ ਮਾਨਤਾ ਦੇਣ ਲਈ ਇੰਨੀ ਕਾਹਲੀ ਸੀ ਕਿ ਡੀਸੀ ਨੇ ਅਕਾਲੀਆਂ ਨੂੰ ਝੱਟ ਉੱਤਰ ਦਿੱਤਾ ਕਿ ਸਰਕਾਰ ਸਾਹਿਬ ਤੁਸੀਂ ਇੱਕ ਆਰਜ਼ੀ ਕਮੇਟੀ ਹੁਣੇ ਬਣਾਓ ਅਤੇ ਫੌਰਨ ਕਬਜ਼ੇ ਦੀ ਲਿਖਤ ਲਾਓ। ਜਦੋਂ ਤੁਹਾਡਾ ਪੰਥ ਇਕੱਠਾ ਹੋ ਕੇ ਪੱਕੀ ਕਮੇਟੀ ਬਣਾਊਗਾ ਤਾਂ ਇਹ ਆਰਜ਼ੀ ਕਮੇਟੀ ਉਹਨਾਂ ਨੂੰ ਕਬਜ਼ਾ ਦੇਣ ਲਈ ਆਜ਼ਾਦ ਹੈ। ਸਿੰਘ ਮੰਨ ਗਏ ਅਤੇ ਬਾਹਰ ਆ ਕੇ ਬੈਠੀ ਹੋਰ ਸੰਗਤ ਨੂੰ ਆ ਕੇ ਡੀਸੀ ਵਾਲੀ ਗੱਲ ਦੱਸੀ ਤਾਂ ਸੰਗਤਾਂ ਨੇ ਇਹ ਨਾਂ ਤਜਵੀਜ਼ ਕੀਤੇ: ਸਰਦਾਰ ਤੇਜਾ ਸਿੰਘ ਚੁੜਕਾਣਾ, ਸਰਦਾਰ ਕਰਤਾਰ ਸਿੰਘ ਝੱਬਰ, ਬਾਬਾ ਕੇਰ ਸਿੰਘ ਪੱਟੀ, ਭਾਈ ਬਹਾਦਰ ਸਿੰਘ ਹਕੀਮ, ਮੁਕੰਦ ਸਿੰਘ ਟਾਲਵਾਲਾ ਅਤੇ ਹੋਰਨਾਂ ਦੇ ਨਾਂ ਸਨ। 2 ਪ੍ਰੋਫੈਸਰਾਂ ਦੇ ਨਾਮ ਹੀ ਜੋੜ ਲਏ ਗਏ। ਭਾਈ ਤੇਜਾ ਸਿੰਘ ਨੇ ਭਾਈ ਗੁਰਦਿਆਲ ਸਿੰਘ ਨਾਮਧਾਰੀ ਦਾ ਵੀ ਨਾਮ ਪੇਸ਼ ਕੀਤਾ, ਪਰ ਸਰਦਾਰ ਕਰਤਾਰ ਸਿੰਘ ਝੱਬਰ ਨੇ ਮੁਖਾਲਫਤ ਕੀਤੀ ਕਿ ਨਾਮਧਾਰੀ ਦੇਹਧਾਰੀ ਗੁਰੂ ਨੂੰ ਮੰਨਦੇ ਹਨ, ਇਸ ਲਈ ਨਾਮਧਾਰੀ ਨੂੰ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੰਗਤ ਨੇ ਇਸ ਦੀ ਪ੍ਰੋੜਤਾ ਕੀਤੀ, ਜਿਸ ਤੇ ਭਾਈ ਤੇਜਾ ਸਿੰਘ ਵਾਕਆਊਟ ਕਰਕੇ ਚਲੇ ਗਏ। ਇਹਨਾਂ ਨੇ ਮੈਂਬਰਾਂ ਦੀ ਕਮੇਟੀ ਬਣਾ ਕੇ ਲਿਸਟ ਡੀਸੀ ਨੂੰ ਦੇ ਦਿੱਤੀ। ਡੀਸੀ ਨੇ ਇੱਕ ਵੱਖਰੇ ਕਾਗਜ਼ ਤੇ ਕਬਜ਼ੇ ਦੀ ਲਿਖਤ ਦੇ ਦਿੱਤੀ। ਗੁਰਦੁਆਰਾ ਪੰਜਾ ਸਾਹਿਬ ਦੀ ਗੱਲ ਕਰਦੇ ਹਾਂ। ਗੁਰਦੁਆਰਾ ਪੰਜਾ ਸਾਹਿਬ ਤੇ ਕਬਜ਼ਾ ਕਰਨ ਲਈ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਇੱਕ 25 ਸਿੰਘਾਂ ਦਾ ਜਥਾ 19 ਨਵੰਬਰ 1920 ਨੂੰ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਲਗਭਗ 3 ਵਜੇ ਪਹੁੰਚ ਗਿਆ। ਜਥੇ ਨੇ ਗੁਰਦੁਆਰੇ ਮਹੰਤ ਸੰਤ ਸਿੰਘ ਨੂੰ ਆਖਿਆ ਕਿ ਜਥਾ ਦਰਸ਼ਨ ਕਰਨ ਲਈ ਆਇਆ ਹੈ, ਇਸ ਲਈ ਸਾਨੂੰ ਰਿਹਾਇਸ਼ ਲਈ ਕੋਈ ਵੱਡਾ ਕਮਰਾ ਦੇ ਦਿਓ। ਮਹੰਤ ਨੇ ਇੱਕ ਕਮਰਾ ਦੇ ਦਿੱਤਾ। ਮਹੰਤ ਨੂੰ ਜਥੇ ਦੇ ਆਉਣ ਦੀ ਕੰਸੋਹ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਸਨੇ ਜ਼ਿਲ੍ਹਾ ਹੈੱਡਕੁਆਰਟਰ ਕੈਮਲਪੁਰ ਟੈਲੀਗ੍ਰਾਮ ਭੇਜ ਕੇ ਪੁਲਿਸ ਮੰਗਵਾਈ ਹੋਈ ਸੀ, ਪਰ ਪੁਲਿਸ ਨੇ ਅਕਾਲੀਆਂ ਨੂੰ ਕੁਝ ਨਾ ਆਖਿਆ, ਸਗੋਂ ਥਾਣੇਦਾਰ ਖੁਦ ਗੁਰਦੁਆਰੇ ਤੋਂ ਬਾਹਰ ਚਲਾ ਗਿਆ। ਮਹੰਤ ਸੰਤ ਸਿੰਘ ਨੇ ਪੁਲਿਸ ਵੱਲ ਦਾ ਫੇਲ ਹੋਣ ਤੇ ਹਸਨ ਅਬਦਾਲ ਵਿੱਚ ਲੱਗੀ ਮਾਲ ਮੰਡੀ ਵਿੱਚੋਂ ਬਦਮਾਸ਼ਾਂ ਨੂੰ ਅਕਾਲੀਆਂ ਨਾਲ ਲੜਨ ਵਾਸਤੇ ਭਾੜੇ ਤੇ ਕਰ ਲਿਆ ਤੇ ਹਨੇਰੇ ਵਿੱਚ ਗੁਰਦੁਆਰੇ ਦੇ 4 ਕਮਰਿਆਂ ਵਿੱਚ ਬਦਮਾਸ਼ ਬਿਠਾ ਦਿੱਤੇ। ਮਹੰਤ ਦੇ ਸੱਦੇ ਤੇ ਆਈ ਪੁਲਿਸ ਨਾਲ ਇੱਕ ਮੈਜਿਸਟ੍ਰੇਟ ਸਰਦਾਰ ਰਤਨ ਸਿੰਘ ਤਹਿਸੀਲਦਾਰ ਵੀ ਆਇਆ ਹੋਇਆ ਸੀ। ਉਸਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲ ਕੇ ਆਖਿਆ ਕਿ ਤੁਸੀਂ ਆਪਣਾ ਕੰਮ ਚੁੱਪਚਾਪ ਕਰੀ ਜਾਓ, ਪਰ ਲੜਾਈ ਨਾ ਕਰਿਓ। ਝੱਬਰ ਨੇ ਮੈਜਿਸਟ੍ਰੇਟ ਨੂੰ ਗੁਰਦੁਆਰੇ ਵਿੱਚ ਬਦਮਾਸ਼ਾਂ ਦੇ ਬੈਠੇ ਹੋਣ ਦੀ ਗੱਲ ਦੱਸੀ। ਮੈਜਿਸਟ੍ਰੇਟ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਬਦਮਾਸ਼ਾਂ ਨੂੰ ਫੌਰਨ ਗ੍ਰਿਫਤਾਰ ਕਰੋ। ਪੁਲਿਸ ਇੰਸਪੈਕਟਰ ਦੀ ਇੱਕ ਸੀਟੀ ਮਾਰਨ ਦੀ ਦੇਰ ਸੀ ਕਿ ਗੁਰਦੁਆਰੇ ਵਿੱਚੋਂ 40-50 ਮੁਸਲਮਾਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਕਰ ਦਿੱਤਾ। ਹਸਨ ਅਬਦਾਲ ਦੇ ਨੇੜੇ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਵਿੱਚ ਸੈਦਾ ਦਾ ਪਿੰਡ ਸੀ। ਇਹ ਪਿੰਡ ਵਾਸੀ ਅਗਲੇ ਦਿਨ ਆ ਕੇ ਸਰਦਾਰ ਝੱਬਰ ਨੂੰ ਮਿਲੇ ਤੇ ਆਪਣੀ ਮਦਦ ਦੀ ਪੇਸ਼ ਕੀਤੀ। ਹਸਨ ਅਬਦਾਲ ਦੇ ਹਿੰਦੂ ਮਹੰਤ ਦੇ ਹੱਕ ਵਿੱਚ ਕੁਝ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਨ ਉਹ ਹਿੰਦੂ ਸਨ। ਅਕਾਲੀ ਜਥੇ ਵੱਲੋਂ ਗੁਰਦੁਆਰੇ ਵਿੱਚ ਪਹਿਲੀ ਰਾਤ ਕੱਟਣ ਤੋਂ ਅਗਲੀ ਸਵੇਰ ਕੀਰਤਨ ਦਰਬਾਰ ਸਜਾਇਆ ਹੈ। ਮਹੰਤ ਸੰਤ ਸਿੰਘ ਨੇ ਅਕਾਲੀ ਰਾਗੀ ਜਥੇ ਨੂੰ ਟਾਈਮ ਦੇਣ ਤੋਂ ਨਾ ਕਰ ਦਿੱਤੀ। ਭੋਗ ਤੋਂ ਬਾਅਦ ਸ਼ਹਿਰ ਦੇ ਇੱਕ ਲਾਲਾ ਰਾਮਚੰਦ ਨੇ ਆਪਣੀ ਤਕਰੀਰ ਇਉਂ ਸ਼ੁਰੂ ਕੀਤੀ: हसन अब्दाल के हिंदू भाइयों, यह लोग जो हमारे गुरुद्वारे पर कब्जा करने के लिए आए हैं, इनके मुतल्लक कुछ बताना चाहता हूँ। मैं इन सब सिंहों को तो नहीं जानता, मगर इनके जथेदार ਝੱਬਰ साहब को अच्छी तरह जानता हूँ। मैं शादरा और सांगड़ा के दरमियान जो रेल लाइन नहीं बनी थी, वहाँ 4 साल ठेकेदार रहा था। इस इलाके में जट सिखों की एक विरक कौम रहती है जो खैबर के पठानों की तरह चोर, डाकू और सब बदमाश हैं। उनमें यह ਝੱਬਰ साहब भी हैं। अगले दिन इन लोगों ने गुरुद्वारे पर कब्जा कर लिया अगर, तो यह इनका अड्डा बन जाएगा और यह लोग हसन अब्दाल के हिंदुओं की खूबसूरत लड़कियों और औरतों को उठा ले जाएंगे। इस तरह लाला जी ने शहर के हिंदुओं ਨੂੰ ਅਕਾਲੀਆਂ खिलाफ भड़काउਣ ਦੀ कोई कसर ना ਛੱਡੀ। हिंदुओं ਨੂੰ ਸੰਬੋਧਨ ਕਰਕੇ हमारे गुरुद्वारे कहने का भाव यह सी कि यह गुरुद्वारा सिखों का नहीं बल्कि हिंदुओं का है। इसके जवाब में सरदार ਝੱਬਰ ने एक लंबी चौड़ी तकरीर की, जिस विच उन्होंने कहा कि सिख तो हजारों हिंदू लड़कियां अब्दाली होरां दे लश्करां तो छुड़ा के लियाते रहे, सो सिखां ते अजिहा इल्जाम लाउण वाले नूं शर्म आउणी चाहीदी है। इस मौके सरदार अमर सिंह चौहाल ने भी ਝੱਬਰ साहब नूं आख्या कि यह इलाका हिंदुओं का गढ़ है, सिखा की ताकत थोड़ी है, सो सानू इथों वापस चले जाना चाहिए है।
ਪਰ ਝੱਬਰ ਸਾਹਿਬ ਨਹੀਂ ਮੰਨੇ। ਇਹ ਉਹੀ ਅਮਰ ਸਿੰਘ ਹੈ ਜਿਹੜਾ ਕਬਜ਼ੇ ਨਾ ਕਰਨ ਬਾਬਤ ਮਹਾਤਮਾ ਗਾਂਧੀ ਦਾ ਏਲਚੀ ਬਣ ਕੇ ਜਹੇਦਾਰ ਝੱਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਮਿਲਿਆ ਸੀ, ਜਦੋਂ ਝੱਬਰ ਸਾਹਿਬ ਦਾ ਜਥਾ ਹਸਨ ਅਬਦਾਲ ਨੂੰ ਜਾਂਦਿਆਂ ਗੁਰਦੁਆਰੇ ਵਿੱਚ ਠਹਿਰਿਆ ਸੀ। ਇਹ ਸੰਭਾਵਨਾ ਹੈ ਕਿ ਅਮਰ ਸਿੰਘ ਝੱਬਰ ਦੇ ਜਥੇ ਤੋਂ ਅਗਲੇ ਦਿਨ ਹੀ ਹਸਨ ਅਬਦਾਲ ਪਹੁੰਚ ਗਿਆ ਹੋਵੇ, ਕਿਉਂਕਿ ਇਹ ਸੰਭਵ ਨਹੀਂ ਕਿ ਉਹ ਜਥੇ ਨੂੰ ਇੱਕ ਪਾਸੇ ਤਾਂ ਕਬਜ਼ਾ ਮੁਹਿੰਮ ਬੰਦ ਕਰਨ ਦੀ ਸਲਾਹ ਦੇ ਰਿਹਾ ਹੋਵੇ ਤੇ ਨਾਲੋਂ ਨਾਲ ਕਬਜ਼ਾ ਕਰਨ ਵਾਲਿਆਂ ਦਾ ਹਮਸਫਰ ਬਣ ਕੇ ਵੀ ਤੁਰੇ। ਅਗਲੇ ਦਿਨ ਆਲੇ ਦੁਆਲੇ ਦੇ ਹੋਰ ਵੀ ਸਿੱਖਾਂ ਦੇ ਬਹੁਤ ਸਾਰੇ ਜਥੇ ਪਹੁੰਚ ਗਏ ਅਤੇ ਰਸਦ ਪਾਣੀ ਤੇ ਮਾਇਆ ਵੀ ਬਹੁਤ ਹੋ ਗਈ। ਮਹੰਤ ਡਰ ਗਿਆ ਅਤੇ ਸਾਲਸਾ ਨੇ ਅਕਾਲੀਆਂ ਨਾਲ ਉਸ ਦਾ ਸਮਝੌਤਾ ਕਰਾ ਦਿੱਤਾ। 50 ਰੁਪਏ ਮਹੀਨਾ ਖਰਚਾ ਅਤੇ ਕਈ ਹੋਰ ਖਰਚਿਆਂ ਸਮੇਤ ਸੰਤ ਸਿੰਘ ਗੁਰਦੁਆਰੇ ਦਾ ਕਬਜ਼ਾ ਦੇਣ ਲਈ ਸਹਿਮਤ ਹੋ ਗਿਆ। ਇਸ ਸਮਝੌਤੇ ਦਾ ਅਰਦਾਸਾ ਹੋ ਗਿਆ, ਪਰ ਕੁਝ ਮਿੰਟਾਂ ਪਿੱਛੋਂ ਇੱਕ ਹਿੰਦੂ ਸੈਨਤ ਮਾਰ ਕੇ ਸੰਤ ਸਿੰਘ ਨੂੰ ਉੱਥੋਂ ਉਠਾ ਕੇ ਬਾਹਰ ਲੈ ਗਿਆ। ਤਾਂ ਝੱਬਰ ਨੇ ਮੰਤ ਨੂੰ ਆਖਿਆ, ਨਾ ਜਾ, ਲੋਕਾਂ ਨੇ ਤੈਨੂੰ ਵਿਗਾੜ ਦੇਣਾ ਹੈ, ਤੈਨੂੰ ਇਹ ਵੇਲਾ ਹੱਥ ਨਹੀਂ ਆਉਣਾ। ਪਰ ਵਿਗਾੜਨ ਵਾਲਿਆਂ ਦੇ ਇਰਾਦੇ ਤਾਂ ਪਹਿਲਾਂ ਹੀ ਭੈੜੇ ਸਨ। ਸੋ ਮਹੰਤ ਉਹਨਾਂ ਦੇ ਆਖਾਂ ਤੇ ਬਾਹਰ ਚਲਾ ਗਿਆ ਤੇ ਸਮਝੌਤਿਓਂ ਮੁਕਰ ਗਿਆ। ਅਰਦਾਸ ਵੇਲੇ ਆਖਿਆ ਗਿਆ ਸੀ ਕਿ ਜਿਹੜਾ ਇਸ ਸਮਝੌਤੇ ਤੋਂ ਮੁਕਰੂ ਉਹ ਗੁਰੂ ਦਾ ਸਿੱਖ ਨਹੀਂ। ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਮਹੰਤ ਨੂੰ ਅਰਦਾਸੇ ਤੋਂ ਮੁਕਰਨ ਬਦਲੇ ਤਨਖਈਆ ਕਰਾ ਦਿੱਤਾ ਜਾਏ। ਜਦ ਤੱਕ ਮਹੰਤ ਅਕਾਲ ਤਖਤ ਮਾਫ ਨਹੀਂ ਕੀਤਾ ਜਾਂਦਾ, ਮਾਫੀ ਨਹੀਂ ਮੰਗਦਾ, ਉਦੋਂ ਤੱਕ ਉਹਨੂੰ ਗੁਰਦੁਆਰੇ ਨਾ ਵੜਨ ਦਿੱਤਾ ਜਾਏ। ਦਰਵਾਜ਼ੇ ਤੇ ਪਹਿਰੇਦਾਰ ਨੂੰ ਆਖਿਆ ਗਿਆ ਕਿ ਮਹੰਤ ਨੂੰ ਅੰਦਰ ਨਾ ਆਉਣ ਦਿੱਤਾ ਜਾਏ। ਅਗਲੀ ਸਵੇਰ ਅਜੇ ਦੀਵਾਨ ਦਾ ਭੋਗ ਵੀ ਨਹੀਂ ਸੀ ਪਿਆ ਕਿ ਲਗਭਗ 3-4 ਹਜ਼ਾਰ ਹਿੰਦੂਆਂ ਨੇ ਡਾਂਗਾ ਸੋਟੇ ਫੜ ਕੇ ਗੁਰਦੁਆਰੇ ਨੂੰ ਘੇਰਾ ਪਾ ਲਿਆ। ਝੱਬਰ ਸਾਹਿਬ ਨੇ ਪੁਲਿਸ ਕਪਤਾਨ ਨੂੰ ਖਬਰ ਕਰਕੇ ਕਿਹਾ ਕਿ ਇਹਨਾਂ ਹਜ਼ਾਰਾਂ ਦੇ ਹਜੂਮ ਵਾਸਤੇ ਮੇਰੇ ਬਾਜਾਂ ਵਰਗੇ 25 ਸਿੰਘ ਹੀ ਕਾਫੀ ਹਨ, ਜੇ ਕਹੋ ਤਾਂ ਛੱਡਾਂ। ਪੁਲਿਸ ਕਪਤਾਨ ਨੇ ਕਿਹਾ, ਨਹੀਂ ਨਹੀਂ, ਇਹਨਾਂ ਦਾ ਇੰਤਜ਼ਾਮ ਮੈਂ ਖੁਦ ਕਰਾਂਗਾ। ਉਸ ਨੇ ਸੀਟੀ ਮਾਰ ਕੇ ਸਿਪਾਹੀਆਂ ਨੂੰ ਉਸ ਹਜੂਮ ਨੂੰ ਡਾਂਗਾ ਮਾਰ ਕੇ ਜਿਹੜਾ ਹੈ ਉਹ ਭਜਾ ਦਿੱਤਾ। ਹਜੂਮ ਵਿੱਚੋਂ ਜਿਹੜੇ ਬੰਦੇ ਗੁਰਦੁਆਰੇ ਦੇ ਅੰਦਰ ਵੜੇ, ਪੁਲਿਸ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਬਾਹਰ ਕੱਢਿਆ। ਮੁੜ ਅਜਿਹੀ ਕਾਰਵਾਈ ਦੀ ਪੇਸ਼ਬੰਦੀ ਸਥਿਤ ਸਾਰੇ ਰਾਹਾਂ ਤੇ ਪੁਲਿਸ ਪਹਿਰਾ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਕੋਈ ਪੇਸ਼ ਨਾ ਜਾਣ ਦੀ ਵੇਖ ਕੇ ਮੈਂ ਇੱਥੇ ਬੇਨਤੀ ਇਸ ਲਈ ਆਪ ਜੀ ਨਾਲ ਸਾਂਝੀ ਕਰ ਰਿਹਾ ਕਿ ਗੁਰਦੁਆਰਿਆਂ ਤੋਂ ਕਬਜ਼ੇ ਲੈਣੇ ਕੋਈ ਆਸਾਨ ਨਹੀਂ ਸਨ। ਇਸਦਾਰ ਕਰਤਾਰ ਸਿੰਘ ਜੀ ਝੱਬਰ ਵਰਗੇ ਇਨਸਾਨ ਹੀ ਸਨ ਜਿਹੜੇ ਦ੍ਰਿੜ ਸਨ, ਔਰ ਜਿਨ੍ਹਾਂ ਨੇ ਇੰਨੀਆਂ ਮੁਸੀਬਤਾਂ ਦਾ ਜਿਹੜਾ ਹੈ ਡਟ ਕੇ ਮੁਕਾਬਲਾ ਕੀਤਾ। ਹੁਣ ਜਦੋਂ ਕੋਈ ਹੋਰ ਪੇਸ਼ ਨਾ ਗਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਅਗਲੀ ਰਾਤ ਆਪਣੀਆਂ ਲਗਭਗ 200-250 ਤੀਵੀਆਂ ਗੁਰਦੁਆਰੇ ਵਿੱਚ ਵਾੜ ਦਿੱਤੀਆਂ। ਇਸ ਸ਼ਰਾਰਤ ਦਾ ਮਕਸਦ ਸੀ ਕਿ ਤੀਵੀਆਂ ਸਿੰਘਾਂ ਨਾਲ ਹੱਥੋਂ ਪਾਈ ਦਾ ਕੋਈ ਬਹਾਨਾ ਬਣਾਉਣਗੀਆਂ ਤੇ ਫਿਰ ਸਿੰਘਾਂ ਤੇ ਤੀਵੀਆਂ ਨੂੰ ਹੱਥ ਪਾਉਣ ਦਾ ਰੌਲਾ ਪਾਇਆ ਜਾਏਗਾ। ਝੱਬਰ ਨੇ ਅਕਾਲੀਆਂ ਨੂੰ ਇਹਨਾਂ ਔਰਤਾਂ ਦਾ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਨ ਦਾ ਹੁਕਮ ਦੇ ਦਿੱਤੇ ਤੇ ਇੱਕ ਹੋਰ ਤਰਕੀਬ ਘੜੀ। ਜਿਹੜੀ ਪੁਲਿਸ ਗਾਰਦ ਗੁਰਦੁਆਰੇ ਦੇ ਬਾਹਰ ਬੈਠੀ ਸੀ, ਉਹਨਾਂ ਵਿੱਚੋਂ ਇੱਕ ਨਿਵੇਕਲੀ ਜਿਹੀ ਮਦਦ ਮੰਗੀ। ਪੁਲਿਸ ਨੇ ਮਦਦ ਕਰਦਿਆਂ ਝੱਬਰ ਦੇ ਕਹੇ ਮੁਤਾਬਕ ਸ਼ਹਿਰ ਦੇ ਹਿੰਦੂਆਂ ਨੂੰ ਆਖਿਆ ਕਿ ਤੁਸੀਂ ਚੰਗੇ ਬੰਦੇ ਹੋ, ਤੁਹਾਡੀਆਂ ਜਨਾਨੀਆਂ ਗੁਰਦੁਆਰਾ ਸਾਹਿਬ ਇਕੱਲੀਆਂ ਬੈਠੀਆਂ ਹਨ। ਝੱਬਰ ਦੇ ਨਾਲ ਤਾਂ ਡਾਕੂ ਬਦਮਾਸ਼ ਬਾਹਰ ਦੇ ਜੱਟ ਆਏ ਹੋਏ ਹਨ, ਉਹਨਾਂ ਤੁਹਾਡੀਆਂ ਤੀਵੀਆਂ ਨੂੰ ਲੈ ਕੇ ਤੁਰ ਜਾਣਾ, ਫਿਰ ਦੇਖਦੇ ਰਹੋਗੇ। ਜਾਓ ਆਪਣੀਆਂ ਤੀਵੀਆਂ ਉਠਾ ਲਿਆਓ, ਨਹੀਂ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਨਾ ਹੀ ਅਸੀਂ ਕੋਈ ਰਿਪੋਰਟ ਲਿਖਣੀ ਹੈ। ਲਾਲੇ ਫੌਰਨ ਆਏ ਤੇ ਆਪਣੀਆਂ ਤੀਵੀਆਂ ਨੂੰ ਉਠਾ ਕੇ ਲੈ ਗਏ। ਇਹ ਜ਼ਿਕਰ ਜਿਹੜਾ ਹੈ ਅਕਾਲੀ ਮੋਰਚੇ ਤੇ ਝੱਬਰ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਪੁਸਤਕ ਹੈ, ਸਫਾ 91 ਦੇ ਉੱਪਰ ਇਸ ਦਾ ਵਰਣਨ ਹੈ। ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਲਾਲਿਆਂ ਦੀ ਬਾਹਰੋਂ ਕਮਾਨ ਰਾਵਲਪਿੰਡੀ ਦੇ ਸ਼ਾਂਤੀ ਅਖਬਾਰ ਦਾ ਐਡੀਟਰ ਕਿਸ਼ਨ ਚੰਦ ਕਰ ਰਿਹਾ ਸੀ। ਸਾਰੇ ਤਰੀਕੇ ਫੇਲ ਹੋ ਜਾਣ ਤੋਂ ਬਾਅਦ ਮਹੰਤ ਸੰਤ ਸਿੰਘ ਨੇ ਜਦੋਂ ਸਰਕਾਰੇ ਦਰਬਾਰੇ ਬਹੁਤ ਪਿੱਟ ਸਿਆਪਾ ਕੀਤਾ ਤਾਂ ਕੈਮਲਪੁਰ ਜ਼ਿਲ੍ਹੇ ਦਾ ਡੀਸੀ ਅਤੇ ਐਸਪੀ ਮਹੰਤ ਦੀ ਫਰਿਆਦ ਸੁਣਨ ਲਈ ਹਸਨ ਅਬਦਾਲ ਦੇ ਡਾਕ ਬੰਗਲੇ ਪੁੱਜਾ। ਐਸਪੀ ਅੰਗਰੇਜ਼ ਸੀ ਤੇ ਡੀਸੀ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਕੁੰਜਾਹ ਦਾ ਵਡੈਤ ਜੱਟ ਚੌਧਰੀ ਸੁਲਤਾਨ ਅਹਿਮਦ ਸੀ। ਦੋਵੇਂ ਧਿਰਾਂ ਉਹਨਾਂ ਸਾਹਮਣੇ ਪੇਸ਼ ਹੋਈਆਂ। ਮਹੰਤ ਸੰਤ ਸਿੰਘ ਅਤੇ ਕਰਤਾਰ ਸਿੰਘ ਝੱਬਰ ਦਾ ਪੱਖ ਸੁਣਨ ਤੋਂ ਬਾਅਦ ਡੀਸੀ ਨੇ ਮਹੰਤ ਸੰਤ ਸਿੰਘ ਨੂੰ ਗੁਰਦੁਆਰੇ ਵਿੱਚ ਵੜਨ ਦੀ ਪਾਬੰਦੀ ਦਾ ਹੁਕਮ ਸੁਣਾਇਆ। ਰੋਬ ਨਾਲ ਗੱਲ ਕਰਦਿਆਂ ਮਹੰਤ ਨੇ ਆਖਿਆ, ਮੈਂ ਗੁਰਦੁਆਰੇ ਜਾ ਸਾਂ, ਮੈਂ ਜਾਵਾਂਗਾ। ਡੀਸੀ ਨੇ ਦੁਬਾਰਾ ਫੇਰ ਆਖਿਆ, ਸੰਤ ਸਿੰਘ ਤੁਮ ਮਤ ਜਾਓ,
ਸੰਤ ਸਿੰਘ ਨੇ ਫਿਰ ਆਖਿਆ, ਮੈਂ ਜੱਸ ਹਾਂ। ਮੰਤ ਦਾ ਇਨਕਾਰ ਸੁਣ ਕੇ ਡੀਸੀ ਨੇ ਪੁਲਿਸ ਨੂੰ ਆਖਿਆ, ਮੰਤ ਸੰਤ ਸਿੰਘ ਨੂੰ ਹੁਣੇ ਹੱਥਕੜੀ ਲਾ ਦਿਓ। ਮੰਤ ਨੇ ਜਦੇ ਪਲਟ ਕੇ ਆਖਿਆ, ਹਜੂਰ ਮੈਂ ਗੁਰਦੁਆਰੇ ਨਹੀਂ ਜਾ ਸਾਂ। ਮੰਤ ਨੇ ਆਪਣੇ ਨਾਲ ਵਕੀਲ ਵੀ ਲਿਆਂਦਾ ਸੀ ਅਤੇ ਗੁਰਦੁਆਰੇ ਨੂੰ ਝਗੜੇ ਵਾਲੀ ਜਾਇਦਾਦ ਕਰਾਰ ਦੇ ਕੇ ਦਫਾ 145 ਤਹਿਤ ਸਰਕਾਰੀ ਕਬਜ਼ੇ ਹੇਠ ਲਿਆਉਣ ਲਈ ਦਰਖਾਸਤ ਡੀਸੀ ਨੂੰ ਦਿੱਤੀ। ਡੀਸੀ ਨੇ ਇਹ ਕਹਿ ਕੇ ਟਰਕਾ ਦਿੱਤਾ ਕਿ ਸਬੂਤ ਲੈ ਕੇ ਕੈਮਲਪੁਰ ਆਓ, ਉੱਥੇ ਤੁਹਾਡੀ ਦਰਖਾਸਤ ਤੇ ਗੌਰ ਕਰਾਂਗੇ। ਡੀਸੀ ਅਤੇ ਐਸਪੀ ਦੇ ਜਾਣ ਤੋਂ ਬਾਅਦ ਸਿੱਖਾਂ ਦੀ ਹਮਾਇਤ ਵਿੱਚ ਆਏ ਸਾਰੇ ਸੱਜਣ ਝੱਬਰ ਸਾਹਿਬ ਨਾਲ ਜੇਤੂ ਜਲੂਸ ਦੀ ਸ਼ਕਲ ਵਿੱਚ ਗੁਰਦੁਆਰਾ ਸਾਹਿਬ ਪੁੱਜੇ। ਇਸ ਮੌਕੇ ਵੀ ਹਕੂਮਤ ਅਕਾਲੀਆਂ ਦੇ ਪੱਖ ਵਿੱਚ ਸ਼ਰੇਆਮ ਭੁਗਤ ਰਹੀ ਸੀ। ਗੁਰਦੁਆਰਾ ਕਾਨੂੰਨਨ ਗੁਰਦੁਆਰੇ ਵਿੱਚ ਬੈਠੇ ਮੰਤ ਨੂੰ ਗੁਰਦੁਆਰੇ ਵੜਨੋਂ ਰੋਕਣਾ, ਨਾ ਮੰਨਣ ਤੇ ਗ੍ਰਿਫਤਾਰ ਕਰਨ ਦਾ ਹੁਕਮ ਸੁਣਾਉਣਾ, ਉਸ ਵੱਲੋਂ ਦਿੱਤੀ 145 ਲਾਉਣ ਦੀ ਦਰਖਾਸਤ ਦੇ ਮੌਕੇ ਤੇ ਗੌਰ ਨਾ ਕਰਨਾ ਸਾਬਤ ਕਰਦਾ ਹੈ ਕਿ ਹਕੂਮਤ ਅਕਾਲੀਆਂ ਨੂੰ ਕਬਜ਼ਾ ਕਰਵਾਉਣਾ ਚਾਹੁੰਦੀ ਸੀ। ਨਹੀਂ ਤਾਂ ਕਬਜ਼ਾ ਕਰਨ ਆਏ ਅਕਾਲੀਆਂ ਨੂੰ ਕਿਹਾ ਜਾ ਸਕਦਾ ਸੀ ਕਿ ਜੇ ਮਨ ਦਾ ਕਬਜ਼ਾ ਗੈਰ ਕਾਨੂੰਨੀ ਹੈ ਤਾਂ ਤੁਸੀਂ ਕਾਨੂੰਨੀ ਤੌਰ ਤੇ ਆਪਣੀ ਦਰਖਾਸਤ ਕਰੋ। ਇਸ ਦੇ ਉਲਟ ਮਨ ਦਾ ਕਬਜ਼ਾ ਛੁਡਾ ਕੇ ਉਸਨੇ ਆਪਦੀ ਅਰਜ਼ ਕਰਨ ਲਈ ਕਿਹਾ ਗਿਆ। ਗੁਰਦੁਆਰਾ ਸੱਚਾ ਸੌਦਾ 27 ਦਸੰਬਰ 1920 ਨੂੰ 40-50 ਸਿੰਘਾਂ ਦਾ ਜਥਾ ਭਾਈ ਦਲੀਪ ਸਿੰਘ ਅਤੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਗੁਰਦੁਆਰਾ ਸੱਚਾ ਸੌਦਾ ਪਹੁੰਚਿਆ। ਇੱਥੋਂ ਦੇ ਮਹੰਤ ਦਾ ਨਾਂ ਸੀ ਨਰੈਣ ਦਾਸ। ਅਕਾਲੀਆਂ ਨੇ ਮਹੰਤ ਅਤੇ ਉਸਦੇ ਚੇਲੇ ਇਕੱਠੇ ਕੀਤੇ ਤੇ ਉਹਨਾਂ ਨੂੰ ਗੁਰਦੁਆਰੇ 'ਚ ਮੂਰਤੀ ਪੂਜਾ, ਤੰਬਾਕੂ ਨੋਸ਼ਾ ਤੋਂ ਕੀਰਤਨ ਕਰਵਾਉਣ ਅਤੇ ਨਾਜਾਇਜ਼ ਤੀਵੀਆਂ ਰੱਖਣ ਦੇ ਇਲਜ਼ਾਮ ਤਹਿਤ ਗੁਰਦੁਆਰੇ ਤੋਂ ਬਾਹਰ ਕੱਢ ਮਾਰਿਆ। ਸਿੰਘਾਂ ਨੂੰ ਹੁਕਮ ਦਿੱਤਾ ਕਿ ਅੰਦਰੋਂ ਤਾਂ ਕੋਈ ਸੂਈ ਵੀ ਬਾਹਰ ਨਹੀਂ ਨਿਕਲਣ ਦੇਣੀ ਤੇ ਬਾਹਰੋਂ ਡਾਂਗਾ ਸੋਟੇ ਵਾਲਾ ਕੋਈ ਅੰਦਰ ਨਹੀਂ ਵੜਨ ਦੇਣਾ। ਮਹੰਤ ਨੇ ਚੂੜਕਾਣਾ ਮੰਡੀ ਥਾਣੇ ਜਾ ਕੇ ਕਬਜ਼ੇ ਦੀ ਰਿਪੋਰਟ ਲਿਖਾਈ, ਪਰ ਕੋਈ ਪੁਲਿਸ ਵਾਲਾ ਉਹਦੇ ਨਾਲ ਨਹੀਂ ਤੁਰਿਆ। ਇੱਥੇ ਵੀ ਮਹੰਤਾਂ ਵੱਲੋਂ ਪੁਲਿਸ ਨੂੰ ਦਿੱਤੀ ਦਰਖਾਸਤ ਨੂੰ ਵੀ ਅਣਸੁਣਿਆ ਕਰਨਾ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਪੂਰਨ ਦੇ ਦੋਸ਼ ਨੂੰ ਖਾਰਜ ਕਰਦਾ ਹੈ। ਗੁਰਦੁਆਰਾ ਤਰਨਤਾਰਨ ਉੱਪਰ ਕਬਜ਼ਾ 19 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਇੱਕ ਜਥਾ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਕਬਜ਼ੇ ਲਈ ਪੁੱਜਾ। ਇਸੇ ਰਾਤ ਪੁਜਾਰੀਆਂ ਤੇ ਅਕਾਲੀਆਂ ਵਿਚਕਾਰ ਟਕਰਾਅ ਹੋਇਆ ਸੀ। ਦੋਵੇਂ ਧਿਰਾਂ ਦੇ ਬੰਦੇ ਫੱਟੜ ਹੋਏ ਸਨ। ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ 2 ਅਕਾਲੀ ਸ਼ਹੀਦ ਹੋ ਗਏ। ਪੁਜਾਰੀਆਂ ਨੇ ਪੁਲਿਸ ਨੂੰ ਰਾਤ ਪਰਚਾ ਦਰਜ ਕਰਨ ਲਈ ਕਿਹਾ, ਪਰ ਅਗਲੀ ਸਵੇਰੇ ਤੱਕ ਅਕਾਲੀਆਂ ਦੇ ਖਿਲਾਫ ਪੁਜਾਰੀਆਂ ਦਾ ਪਰਚਾ ਦਰਜ ਨਹੀਂ ਕੀਤਾ, ਕਿਉਂਕਿ ਅਕਾਲੀਆਂ ਨੇ ਆਪਣੇ ਫੱਟੜ ਰਾਤ ਨੂੰ ਹੀ ਹਸਪਤਾਲ ਭਰਤੀ ਕਰਵਾ ਦਿੱਤੇ ਸਨ ਤੇ ਕਿਹਾ ਕਿ ਸਾਡੇ ਸਿੰਘ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਆਪਣੇ ਬੰਦੇ ਆਪ ਹੀ ਫੱਟੜ ਕੀਤੇ ਹਨ। ਬਾਅਦ ਵਿੱਚ ਪਤਾ ਨਹੀਂ ਅਕਾਲੀਆਂ ਦਾ ਨਾਮ ਪਰਚੇ ਵਿੱਚ ਕਿਵੇਂ ਆਇਆ, ਜਿਸ ਵਿੱਚ 9 ਜਨਵਰੀ 1922 ਨੂੰ 15 ਅਕਾਲੀਆਂ ਨੂੰ 1 ਸਾਲ ਦੀ ਕੈਦ ਅਤੇ 50,000 ਜੁਰਮਾਨਾ ਹੋਇਆ, ਜਦਕਿ 15 ਪੁਜਾਰੀਆਂ ਨੂੰ 3 ਸਾਲ ਦੀ ਕੈਦ ਤੇ 50,000 ਜੁਰਮਾਨਾ ਹੋਇਆ। ਅਪੀਲ ਦੌਰਾਨ ਸੈਸ਼ਨ ਜੱਜ ਨੇ ਪੁਜਾਰੀਆਂ ਦੀ ਸਜ਼ਾ 9 ਮਹੀਨੇ ਅਤੇ ਅਕਾਲੀਆਂ ਦੀ 6 ਮਹੀਨੇ ਕਰ ਦਿੱਤੀ। ਤਰਨਤਾਰਨ ਦੇ ਨੇੜੇ 14 ਫਰਵਰੀ ਨੂੰ ਔਰੰਗਾਬਾਦ ਅਤੇ 18 ਫਰਵਰੀ 1921 ਨੂੰ ਖਡੂਰ ਸਾਹਿਬ ਦੇ ਮਹੰਤਾਂ ਨੇ ਅਕਾਲੀਆਂ ਤੋਂ ਡਰਦਿਆਂ ਪੰਥ ਦੀ ਪਾਬੰਦੀ 'ਚ ਰਹਿ ਕੇ ਸੇਵਾ ਕਰਨੀ ਮੰਨ ਲਈ। ਗੁਰਦੁਆਰਾ ਗੁਰੂ ਕੇ ਬਾਗ ਤੇ ਕਬਜ਼ਾ 31 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਜੀ ਦੀ ਅਗਵਾਈ ਵਿੱਚ 50 ਸਿੰਘਾਂ ਦਾ ਜਥਾ ਅੰਮ੍ਰਿਤਸਰ ਤੋਂ ਟਾਂਗਿਆਂ ਰਾਹੀਂ ਉੱਥੇ ਪੈਦਲ ਚੱਲ ਕੇ ਗੁਰਦੁਆਰਾ ਗੁਰੂ ਕੇ ਬਾਗ ਘੁੱਕੇ ਵਾਲੀ ਰੋਡ ਪਹੁੰਚ ਗਿਆ। ਇੱਥੇ ਇਹਨਾਂ ਨੇ ਆਲੇ ਦੁਆਲੇ ਪਿੰਡਾਂ ਵਿੱਚ ਖਬਰ ਕਰ ਦਿੱਤੀ ਕਿ 400 ਤੋਂ 500 ਸਿੰਘਾਂ ਦਾ ਇਕੱਠ ਹੋ ਗਿਆ। ਅਗਲੀ ਸਵੇਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਰਤਾਰ ਸਿੰਘ ਝੱਬਰ ਨੇ ਜਥੇ ਦੇ ਸਿੰਘਾਂ ਨੂੰ ਹੁਕਮ ਕੀਤਾ ਕਿ ਗੁਰਦੁਆਰੇ ਦੇ ਅਹਾਤੇ ਵਿੱਚ ਮਨ ਦੇ ਬੰਦਿਆਂ ਨੂੰ ਬਾਹਰ ਕੱਢ ਦਿਓ। 5 ਸਿੰਘ ਗੁਰਦੁਆਰੇ ਦੇ ਅੰਦਰ ਬੈਠ ਜਾਓ, 10 ਸਿੰਘ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਅੱਗੇ ਬੈਠੋ। ਅੱਜ ਸਾਰੇ ਸਿੰਘ ਰਾਤ ਗੁਰਦੁਆਰੇ ਵਿੱਚ ਹੀ ਰਹੋ, ਹਲਕੇ ਮੰਤ ਨੂੰ ਉਸਦੇ ਡੇਰੇ ਤੋਂ ਕੱਢਾਂਗੇ। ਇਸ ਕਾਰਵਾਈ ਨਾਲ ਮੰਤ ਡਰ ਗਿਆ। ਉਸਨੇ ਸਰਦਾਰ ਅਮਰ ਸਿੰਘ ਝਬਾਲ ਨੂੰ ਵਿੱਚ ਪਾ ਕੇ ਕਬਜ਼ਾ ਅਕਾਲੀਆਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਅੱਗੋਂ ਤੋਂ ਮੈਂ ਪ੍ਰਬੰਧਕ ਕਮੇਟੀ ਦੇ ਹੁਕਮ ਮੁਤਾਬਕ ਗੁਰਦੁਆਰੇ ਦਾ ਪ੍ਰਬੰਧ ਕਰਾਂਗਾ।
ਪਰ ਸਰਦਾਰ ਝੱਬਰ ਨੇ ਕਿਹਾ ਕਿ ਨਹੀਂ, ਮਹੰਤ ਨੂੰ ਇੱਕ ਵਾਰੀ ਗੁਰਦੁਆਰੇ ਤੋਂ ਜ਼ਰੂਰ ਕੱਢ ਕੇ ਇਸ ਦਾ ਕਬਜ਼ਾ ਤੋੜਨਾ ਲਾਜ਼ਮੀ ਹੈ। ਇਸ ਤੇ ਮਹੰਤ ਸੁੰਦਰਦਾਸ ਨੇ ਇੱਕ ਕੋਰੇ ਕਾਗਜ਼ ਤੇ ਇਕਰਾਰਨਾਮਾ ਲਿਖ ਕੇ ਦੇ ਦਿੱਤਾ ਤੇ ਉਹ ਕਬਜ਼ਾ ਛੱਡ ਰਿਹਾ ਹੈ। ਅਕਾਲੀਆਂ ਨੇ ਲੋਕਲ ਸੰਗਤ ਦੀ ਇੱਕ ਕਮੇਟੀ ਬਣਾ ਕੇ ਪ੍ਰਬੰਧ ਉਸ ਨੂੰ ਸੌਂਪ ਦਿੱਤਾ। ਇਸ ਮੌਕੇ ਵੀ ਅਮਰ ਸਿੰਘ ਝਬਾਲ ਮਹੰਤ ਦੇ ਹੱਕ ਵਿੱਚ ਹੀ ਭੁਗਤਿਆ। ਇਸੇ ਸਾਲ ਮਾਰਚ ਵਿੱਚ ਜਦੋਂ ਅਗਲੀ ਕਤਾਰ ਦੀ ਅਕਾਲੀ ਲੀਡਰਸ਼ਿਪ ਜੇਲ੍ਹਾਂ ਵਿੱਚ ਜਾਣ ਕਰਕੇ ਅਕਾਲੀ ਲਹਿਰ ਠੰਡੀ ਪੈ ਗਈ ਤਾਂ ਮਹੰਤ ਨੇ ਦੁਬਾਰਾ ਕਬਜ਼ੇ ਦੀ ਸੋਚੀ। ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ 500 ਰੁਪਏ ਰਿਸ਼ਵਤ ਦੇ ਕੇ ਆਪਣੇ ਇਕਰਾਰਨਾਮੇ ਵਾਲਾ ਕਾਗਜ਼ ਖਿਸਕਾ ਲਿਆ, ਆਪ ਉੱਥੋਂ ਗਾਇਬ ਕਰ ਲਿਆ। ਮਹੰਤ ਨੇ ਇਸ ਕਾਰਸਤਾਨੀ ਤੋਂ ਬਾਅਦ ਅਗਸਤ ਮਹੀਨੇ ਵਿੱਚ ਗੁਰਦੁਆਰੇ ਤੇ ਕਬਜ਼ਾ ਕਰਕੇ ਲੋਕਲ ਕਮੇਟੀ ਦੇ ਸਕੱਤਰ ਨੂੰ ਦਫ਼ਤਰੋਂ ਕੱਢ ਦਿੱਤਾ ਅਤੇ ਉਸ ਨੂੰ ਕਾਗਜ਼ ਪੱਤਰ ਪਾੜ ਦਿੱਤੇ। ਉਸਦੇ 23 ਅਗਸਤ 1921 ਨੂੰ ਅਕਾਲੀਆਂ ਨੇ ਫਿਰ ਮਹੰਤ ਨੂੰ ਗੁਰਦੁਆਰਿਓਂ ਬਾਹਰ ਕੱਢ ਦਿੱਤਾ। ਮਹੰਤ ਨੇ ਸਰਕਾਰੇ ਦਰਬਾਰੇ ਫਰਿਆਦ ਕੀਤੀ ਕਿ ਅਕਾਲੀਆਂ ਦਾ ਕਬਜ਼ਾ ਗੈਰ ਕਾਨੂੰਨੀ ਹੈ ਤੇ ਮੈਂ ਉਹਨਾਂ ਨਾਲ ਕੋਈ ਇਕਰਾਰ ਨਹੀਂ ਕੀਤਾ। ਇਸ ਤੇ ਇੱਕ ਅੰਗਰੇਜ਼ ਅਫਸਰ ਮਿਸਟਰ ਮੈਕਫਰਸਨ ਪੁਲਿਸ ਲੈ ਕੇ ਗੁਰਦੁਆਰਾ ਗੁਰੂ ਕੇ ਬਾਗ ਪਹੁੰਚਿਆ। ਉੱਥੇ ਮੌਜੂਦਾ ਅਕਾਲੀ ਆਗੂ ਸਰਦਾਰ ਦਾਨ ਸਿੰਘ ਨੇ ਅੰਗਰੇਜ਼ ਨੂੰ ਦੱਸਿਆ ਕਿ ਮਹੰਤ ਨੇ ਇੱਕ ਲਿਖਤ ਰਾਹੀਂ ਕਬਜ਼ਾ ਲੋਕਲ ਕਮੇਟੀ ਨੂੰ ਦੇ ਦਿੱਤਾ ਸੀ ਔਰ ਲਿਖਤ ਤਾਂ ਲੱਭ ਨਹੀਂ ਰਹੀ, ਪਰ ਪੁਰਾਣੇ ਅਖਬਾਰਾਂ ਵਿੱਚ ਮਹੰਤ ਵੱਲੋਂ ਕਬਜ਼ਾ ਛੱਡਣ ਦੀਆਂ ਲੱਗੀਆਂ ਖਬਰਾਂ ਦਿਖਾਈਆਂ। ਇਹ ਖਬਰਾਂ ਦੇਖ ਕੇ ਅੰਗਰੇਜ਼ ਅਫਸਰ ਨੇ ਅਕਾਲੀਆਂ ਦੀ ਗੱਲ ਨੂੰ ਸੱਚ ਮੰਨਿਆ ਅਤੇ ਮਹੰਤ ਸੁੰਦਰਦਾਸ ਨੂੰ ਉੱਥੋਂ ਤਿੱਤਰ ਹੋ ਜਾਣ ਦਾ ਹੁਕਮ ਸੁਣਾਇਆ। ਉਹਨੇ ਗੁਰਦੁਆਰੇ ਦੀ ਰਾਖੀ ਵਾਸਤੇ ਇੱਕ ਪੁਲਿਸ ਦਸਤਾ ਵੀ ਬਿਠਾ ਦਿੱਤਾ। ਕੁਝ ਦਿਨਾਂ ਬਾਅਦ ਉਹਨੇ ਕਮੇਟੀ ਨੂੰ ਲਿਖਿਆ ਕਿ ਹੁਣ ਪੁਲਿਸ ਰਾਖੀ ਦੀ ਲੋੜ ਨਹੀਂ ਜਾਪਦੀ, ਪਰ ਜੇ ਫਿਰ ਵੀ ਕਮੇਟੀ ਚਾਹੁੰਦੀ ਹੈ ਤਾਂ ਪੁਲਿਸ ਦਾ ਖਰਚਾ ਭਰ ਕੇ ਪਹਿਰਾ ਹੋਰ ਵਧਾ ਸਕਦੀ ਹੈ। ਕਮੇਟੀ ਨੇ ਸਰਕਾਰ ਨੂੰ ਲਿਖਿਆ ਕਿ ਹੁਣ ਸਭ ਠੀਕ ਠਾਕ ਹੈ, ਪੁਲਿਸ ਦੀ ਲੋੜ ਨਹੀਂ। ਇਹ ਗੱਲ ਇੱਥੇ ਜ਼ਿਕਰਯੋਗ ਹੈ ਕਿ ਅਕਾਲੀ ਜਥੇ ਉਹਨਾਂ ਪ੍ਰਮੁੱਖ ਗੁਰਦੁਆਰਿਆਂ ਤੇ ਹੀ ਵੀ ਕਬਜ਼ਾ ਕਰ ਰਹੇ ਸਨ ਜਿਨ੍ਹਾਂ ਦੇ ਪੁਜਾਰੀਆਂ ਬਾਰੇ ਗੁਰਮਤਿ ਦੀ ਘੋਰ ਉਲੰਘਣਾ ਅਤੇ ਨਿੱਜੀ ਆਚਰਣ ਬਾਰੇ ਸ਼ਿਕਾਇਤਾਂ ਸਨ। ਇਸੇ ਦੌਰਾਨ ਅਕਾਲੀਆਂ ਨੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਤੇ ਕਬਜ਼ੇ ਕੀਤੇ। ਇਹਨਾਂ ਵਿੱਚ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਪਿਸ਼ੌਰ ਵਾਲਾ, ਗੁਰਦੁਆਰਾ ਜਮਰੌਦ, ਸੱਚਾ ਸੌਦਾ ਗੁਰਦੁਆਰੇ ਨੇੜੇ ਗੁਰਦੁਆਰਾ ਬਾਵੇ ਕੀ ਕੇਰ, ਸ਼ੇਖੂਪੁਰਾ ਮਹਾਰਾਣੀ ਨਕੈਨ ਦਾ ਗੁਰਦੁਆਰਾ ਪ੍ਰਮੁੱਖ ਹਨ। ਇਹਨਾਂ ਦਿਨਾਂ ਵਿੱਚ ਅਕਾਲੀਆਂ ਦਾ ਦਬਕਾ ਇੰਨਾ ਹੋ ਗਿਆ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤ ਮਾਫੀ ਮੰਗ ਕੇ ਪੰਥਕ ਮਰਿਆਦਾ ਮੁਤਾਬਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਰਾਜੀ ਹੋ ਗਏ। ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਆਪਣੇ ਧਾਰਮਿਕ ਫਰਜ਼ ਪੱਖੋਂ ਤਾਂ ਅਕਾਲੀਆਂ ਦਾ ਗੁਰਦੁਆਰਿਆਂ ਤੇ ਕਬਜ਼ਾ ਕਰਨ ਦਾ ਕੰਮ ਜਾਇਜ਼ ਸੀ, ਪਰ ਸਰਕਾਰ ਨਜ਼ਰੀਏ ਤੋਂ ਇਹ ਕੰਮ ਗੈਰ ਕਾਨੂੰਨੀ ਸੀ। ਗੁਰਦੁਆਰਿਆਂ ਤੇ ਕਬਜ਼ਿਆਂ ਦੀਆਂ ਉੱਪਰ ਦੱਸੀਆਂ ਘਟਨਾਵਾਂ ਨੂੰ ਜੇ ਦੇਖਿਆ ਜਾਵੇ ਤਾਂ ਨਨਕਾਣਾ ਸਾਹਿਬ ਦੇ ਸਾਕੇ ਤੱਕ ਸਰਕਾਰ ਨੇ ਮਹੰਤਾਂ ਦੀਆਂ ਹਰ ਦਰਖਾਸਤਾਂ ਦੇ ਬਾਵਜੂਦ ਵੀ ਅਕਾਲੀਆਂ ਨੂੰ ਕਬਜ਼ੇ ਕਰਨ ਤੋਂ ਨਹੀਂ ਰੋਕਿਆ, ਸਗੋਂ ਕਈ ਥਾਈਂ ਕਬਜ਼ਿਆਂ ਵਿੱਚ ਅਸਿੱਧੀ ਅਤੇ ਸਿੱਧੀ ਸਹਾਇਤਾ ਵੀ ਕੀਤੀ। ਇਸ ਤਰ੍ਹਾਂ ਨਾਲ ਇਹ ਸਿੱਧਾ ਪੱਖਪਾਤ ਸੀ। ਸੋ ਮਹੰਤਾਂ ਦੇ ਹਮਾਇਤੀਆਂ ਵੱਲੋਂ ਸਰਕਾਰ ਤੇ ਪੱਖਪਾਤ ਦਾ ਇਲਜ਼ਾਮ ਸੌਂਪਦਾ ਸੀ, ਪਰ ਸਿੱਖਾਂ ਵੱਲੋਂ ਅੰਗਰੇਜ਼ ਸਰਕਾਰ ਨੂੰ ਮਹੰਤਾਂ ਪੱਖੀ ਕਹਿਣਾ ਵੀ ਯੋਗ ਨਹੀਂ। ਉਸ ਵੇਲੇ ਦਾ ਕਾਂਗਰਸ ਚੋਟੀ ਦਾ ਆਗੂ ਮੋਹਨਦਾਸ ਕਰਮਚੰਦ ਗਾਂਧੀ ਸਿੱਖ ਵਿਰੋਧੀ ਮਾਨਸਿਕਤਾ ਦੀ ਜੋ ਤਰਜਮਾਨੀ ਕਰਦਾ ਸੀ, ਜੋ ਕਿ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਗੁਰਦੁਆਰਿਆਂ ਨੂੰ ਮੰਦਿਰਾਂ ਵਿੱਚ ਤਬਦੀਲ ਕਰਨ ਦੇ ਏਜੰਡੇ ਤੇ ਕੰਮ ਕਰ ਰਿਹਾ ਸੀ। ਗੁਰਦੁਆਰਿਆਂ ਤੇ ਕਾਬਜ ਮਹੰਤ ਇਸ ਏਜੰਡੇ ਨੂੰ ਬਖੂਬੀ ਨਿਭਾਉਂਦੇ ਹੋਏ ਕਿਸੇ ਬ੍ਰਾਹਮਣਵਾਦੀ ਲਾਬੀ ਦੇ ਹੱਥ ਠੋਕੇ ਬਣੇ ਹੋਏ ਸਨ। ਗਾਂਧੀ ਨੂੰ ਸਿੱਖਾਂ ਨਾਲ ਹਮਦਰਦੀ ਦਿਖਾਉਣ ਦੀ ਸਿਰਫ ਇਹ ਮਜਬੂਰੀ ਸੀ ਕਿ ਉਹ ਸਿੱਖਾਂ ਦੇ ਗੁੱਸੇ ਨੂੰ ਸਰਕਾਰ ਵਿਰੋਧੀ ਗੁੱਸੇ ਵਿੱਚ ਬਦਲ ਸਕੇ। ਇਹਦੇ ਨਾਲ ਉਹਨਾਂ ਗੁਰਦੁਆਰਿਆਂ ਵਿੱਚ ਪੰਥਕ ਮਰਿਆਦਾ ਬਹਾਲ ਹੋਣੀ ਚੁੱਪ ਰਹੀ ਸੀ। ਸਿੱਖਾਂ ਨਾਲ ਹਮਦਰਦੀ ਦੀ ਮਜਬੂਰੀ ਦੇ ਬਾਵਜੂਦ ਵੀ ਉਹ ਮਹੰਤਾਂ ਨਾਲ ਹੇਜ ਕਰਨੋਂ ਨਹੀਂ ਰੁਕਿਆ। ਹਾਲੇ ਗੁਰਦੁਆਰਿਆਂ ਤੇ ਕਬਜ਼ੇ ਦੀ ਸ਼ੁਰੂਆਤ ਹੋਈ ਸੀ। ਸਿਰਫ ਸਿਆਲਕੋਟ ਤੇ ਅਕਾਲ ਤਖਤ ਸਾਹਿਬ ਤੇ ਹੀ ਅਕਾਲੀਆਂ ਦਾ ਕਬਜ਼ਾ ਹੋਇਆ ਸੀ। ਇਹਨਾਂ ਦੋ ਕਬਜ਼ਿਆਂ ਦਾ ਹੀ ਗਾਂਧੀ ਨੂੰ ਇੰਨਾ ਦੁੱਖ ਹੋਇਆ ਕਿ 20 ਅਕਤੂਬਰ 1920 ਨੂੰ ਲਾਹੌਰ ਦੇ ਬਰੈਡਲੇ ਹਾਲ ਵਿੱਚ ਚੱਲ ਰਹੇ ਸਿੱਖ ਲੀਗ ਦੇ ਸਮਾਗਮ मौके गांधी ने यह आख्या, मुझे मालूम हुआ है कि कुछ नौजवान सिख गुरुद्वारे पर कब्जा कर रहे हैं, ये ठीक नहीं है।
महंत लोगों को निकाल कर गुरुद्वारे का कब्जा करना जबर है, कांग्रेस का काम करना चाहिए। गांधी का फिर सुनेहा भेजा कि तुसी गुरुद्वारे ते कब्जा ना करो। अकाल तख्त साहिब ते कब्जे तो बाद जहेदार करतार सिंह झब्बर की अगवाई विच ਜਿਹੜਾ ਜਥਾ ਪੰਜਾ ਸਾਹਿਬ ਨੂੰ ਰਵਾਨਾ ਹੋਇਆ, ਉਹਨੇ 17 ਨਵੰਬਰ 1920 ਦੀ ਰਾਤ ਲਾਹੌਰ ਦੇ ਗੁਰਦੁਆਰਾ ਸ਼ਹੀਦਗੰਜ ਵਿੱਚ ਟਿਕਾ ਕੀਤਾ। ਇੱਥੇ ਹੀ ਮਹਾਤਮਾ ਗਾਂਧੀ ਦਾ ਸੁਨੇਹਾ ਲੈ ਕੇ ਸਰਦਾਰ ਅਮਰ ਸਿੰਘ ਝਬਾਲੀ ਸਰਦਾਰ ਕਰਤਾਰ ਸਿੰਘ ਝੱਬਰ ਪਾਸ ਪਹੁੰਚੇ ਸਨ ਔਰ ਉਸ ਸੁਨੇਹੇ ਵਿੱਚ ਲਿਖਿਆ ਸੀ ਕਿ ਮਹਾਤਮਾ ਗਾਂਧੀ ਆਖਦੇ ਹਨ ਕਿ ਇਸੇ ਸਾਲ 31 ਦਸੰਬਰ ਸਵਰਾਜ ਹੋ ਜਾਣਾ ਹੈ, ਆਪ ਕਾਂਗਰਸ ਦਾ ਰਾਜ ਭਾਗ ਹੋ ਜਾਣਾ ਹੈ। ਸੋ ਤੁਸੀਂ ਸਾਰੇ ਜਣੇ ਗੁਰਦੁਆਰਿਆਂ ਦੇ ਕਬਜ਼ੇ ਦਾ ਕੰਮ ਛੱਡ ਕੇ ਕਾਂਗਰਸ ਦਾ ਕੰਮ ਕਰੋ। ਜਦੋਂ ਕਾਂਗਰਸ ਦੇ ਹੱਥ ਰਾਜ ਆ ਗਿਆ ਤਾਂ ਤੁਹਾਡੇ ਸਾਰੇ ਮਸਲੇ ਹੱਲ ਕਰ ਦਿਆਂਗੇ। ਇਸ ਦੇ ਜਵਾਬ ਵਿੱਚ ਸਾਧ ਸੰਗਤ ਜੀ ਜੋ ਜਵਾਬ ਸਰ ਕਰਤਾਰ ਸਿੰਘ ਝੱਬਰ ਨੇ ਦਿੱਤਾ ਉਹ ਵਾਕਈ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ। ਇਸ ਦੇ ਜਵਾਬ ਵਿੱਚ ਸਰਦਾਰ ਝੱਬਰ ਨੇ ਆਖਿਆ, ਮੈਨੂੰ ਗਾਂਧੀ ਜੀ ਦੇ ਇਸ ਪ੍ਰੋਗਰਾਮ ਤੇ ਫਿਲਹਾਲ ਕੋਈ ਯਕੀਨ ਨਹੀਂ कि एडी छेती अंग्रेज हिंदुस्तान छड़ के टुर जान, पर जे ये गल मन भी ली जाए तो स्वराज हो भी जाए तो साडे गुरुद्वारे होर ज़्यादा खतरे विच पै जाणगे। आज़ाद हिंदुस्तान विच हिंदू राज होवेगा, इस वेले राज अंग्रेज दा है। असीं गुरुद्वारियां ते कब्जे करदे हां, हुकूमत चुप है क्योंकि अंग्रेज़ां दा साडे नाल कोई धार्मिक विरोध नहीं। जेकर गांधी दे कहे मुताबक सचमुच हिंदू राज हो जावे ਤਾਂ ਫਿਰ ਸਾਨੂੰ ਗੁਰਦੁਆਰਿਆਂ ਦੇ ਨੇੜੇ ਕਿਸੇ ਨਹੀਂ ਆਉਣ ਦੇਣਾ। ਹਿੰਦੂ ਸਾਡੇ ਨਾਲ ਧਾਰਮਿਕ ਵਿਰੋਧ ਰੱਖਦਾ ਹੈ, ਇਸ ਲਈ ਅਸੀਂ ਪੰਜਾ ਸਾਹਿਬ ਜ਼ਰੂਰ ਜਾਵਾਂਗੇ। ਸਰਦਾਰ ਝੱਬਰ ਦਾ ਇਹ ਬਿਆਨ ਇੱਕ ਪਾਸੇ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਥਾਪੜਨ ਦਾ ਖੰਡਨ ਕਰਦਾ ਹੈ ਤੇ ਦੂਜਾ ਉਹਨਾਂ ਦੀ ਦੂਰਦਰਸ਼ੀ ਨੂੰ ਵੀ ਜ਼ਾਹਰ ਕਰਦਾ ਹੈ। ਉਸ ਨੂੰ ਜ਼ਾਹਰ ਕਰਦਾ ਹੈ ਕਿ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਗੁਰਦੁਆਰੇ ਦੀ ਆਜ਼ਾਦੀ ਵਧੇਰੇ ਖਤਰੇ ਵਿੱਚ ਪੈ ਜਾਏਗੀ। ਤੀਜੀ ਗੱਲ ਇਹ ਵੀ ਸਾਬਤ ਹੋਈ ਕਿ ਅਮਰ ਸਿੰਘ ਝਬਾਲ ਵਰਗੇ ਉੱਚ ਕੋਟੀ ਦੇ ਅਕਾਲੀ ਆਗੂਆਂ ਨੂੰ ਗੁਰਦੁਆਰਿਆਂ ਦੀ ਆਜ਼ਾਦੀ ਦਾ ਫਿਕਰ ਘੱਟ ਅਤੇ ਗਾਂਧੀ ਦੇ ਏਲਚੀ ਬਣਨ ਦੀ ਜ਼ਿਆਦਾ ਖੁਸ਼ੀ ਸੀ। ਅੱਗੇ ਦੱਸਿਆ ਜਾਵੇਗਾ ਕਿ ਇਹ ਝਬਾਲ ਭਾਈ ਕਿਵੇਂ ਗਾਂਧੀ ਦੇ ਏਜੰਡੇ ਤੇ ਕੰਮ ਕਰ ਰਿਹਾ ਸੀ। ਗੁਰਦੁਆਰਾ ਖਰਾ ਸੌਦਾ ਸੱਚਾ ਸੌਦਾ ਤੇ ਕਬਜ਼ਾ ਹੋਣ ਕਰਕੇ ਨਨਕਾਣਾ ਸਾਹਿਬ ਦੇ ਨੇੜੇ ਅਕਾਲੀਆਂ ਨੂੰ ਇੱਕ ਚੰਗਾ ਹੈੱਡਕੁਆਰਟਰ ਮੁਹੱਈਆ ਹੋ ਗਿਆ ਸੀ। ਮਾਇਆ ਦੀ ਘਾਟ ਵੀ ਹੌਲੀ ਹੌਲੀ ਪੂਰੀ ਹੋਣ ਲੱਗੀ। ਇੱਥੋਂ ਹੀ ਨਨਕਾਣਾ ਸਾਹਿਬ ਦੇ ਕਬਜ਼ੇ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਇਸ ਬਾਰੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੂੰ ਸ਼ਰੇਆਮ ਲਲਕਾਰਨਾ ਵੀ ਸ਼ੁਰੂ ਕਰ ਦਿੱਤਾ। ਧਾਰਮਿਕ ਦੀਵਾਨਾਂ ਦੇ ਜ਼ਰੀਏ ਅਕਾਲੀਆਂ ਨੇ ਅੰਦਰੂਨੀ ਰੂਪ ਵਿੱਚ ਕਬਜ਼ੇ ਲਈ ਲਾਮਬੰਦ ਸ਼ੁਰੂ ਕੀਤੀ ਹੋਈ ਸੀ। ਇੱਕ ਦਿਨ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਧਾਰੋਵਾਲ ਵਿੱਚ ਸਿੱਖਾਂ ਦਾ ਦੀਵਾਨ ਸਜਿਆ ਹੋਇਆ ਸੀ ਤੇ ਸਰਦਾਰ ਕਰਤਾਰ ਸਿੰਘ ਝੱਬਰ ਤਕਰੀਰ ਕਰ ਰਹੇ ਸਨ। ਦੀਵਾਨ ਦੇ ਇੱਕ ਪਾਸੇ ਮਹੰਤ ਨਰੈਣ ਦਾਸ ਦੇ ਮਾਇਤੀ ਮਹੰਤ ਸੁੰਦਰ ਦਾਸ ਸ਼ਤਾਬਗੜੀਆਂ ਤੇ ਸੰਤ ਹਰੀਦਾਸ ਸੂਈਏ ਬਣ ਕੇ ਅਕਾਲੀਆਂ ਦੀ ਵਿਉਂਤਬੰਦੀ ਦਾ ਜਾਇਜ਼ਾ ਲੈ ਰਹੇ ਸਨ। ਜਿਉਂ ਹੀ ਝੱਬਰ ਦੀ ਨਿਗਾਹ ਇਹਨਾਂ ਤੇ ਪਈ ਤਾਂ ਉਹਨਾਂ ਨੇ ਤਕਰੀਰ ਦਾ ਰੁਖ ਬਦਲਦਿਆਂ ਨਨਕਾਣਾ ਸਾਹਿਬ ਦੇ ਬਦਚਰਨ ਮਹੰਤ ਨਰੈਣ ਦਾਸ ਦੀਆਂ ਕਹਾਣੀਆਂ ਛੇੜ ਕੇ ਆਖਿਆ, ਖਾਲਸਾ ਜੀ ਹੁਣ ਸਮਾਂ ਨੇੜੇ ਆ ਰਿਹਾ ਹੈ ਜਿਸ ਦਿਨ ਖਾਲਸਾ ਨਰੈਣ ਦਾਸ ਮਹੰਤ ਜੋ ਆਈਆਂ ਸਿੱਖ ਸੰਗਤਾਂ ਨੂੰ ਕਾਲੇ ਫਨੀਅਰ ਵਾਂਗੂ ਫੁਕਾਰੇ ਮਾਰ-ਮਾਰ ਡਰਾਉਂਦਾ ਹੈ ਅਤੇ ਜੋ ਅਜੇ ਪਵਿੱਤਰ ਗੁਰਧਾਮ ਦਾ ਮਹੰਤ ਹੁੰਦਾ ਹੋਇਆ ਡੂਮਣੀ ਨੂੰ ਘਰ ਵਸਾਈ ਬੈਠਾ ਹੈ ਦੇ ਫਨੀਅਰ ਫਨ ਨੂੰ ਖਾਲਸਾ ਕੁਚਲੇਗਾ। ਉਪਰੋਕਤ ਦੀਵਾਨ ਵਿੱਚ ਝੱਬਰ ਸਾਹਿਬ ਦੀ ਤਕਰੀਰ ਹਾਲੇ ਵਿੱਚ ਹੀ ਸੀ ਕਿ ਸੰਗਤ ਵਿੱਚ ਇੱਕ ਨੌਜਵਾਨ ਹੱਥ ਜੋੜ ਕੇ ਖੜਾ ਹੋਇਆ ਤੇ ਬੋਲਿਆ, ਸੱਚੇ ਪਾਤਸ਼ਾਹ ਦਾਸ ਨੂੰ ਹੁਕਮ ਹੋਵੇ ਤਾਂ ਦਾਸ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹੈ। ਝੱਬਰ ਜੀ ਨੇ ਉਸ ਸਿੰਘ ਨੂੰ ਸਮਝਾ ਬੁਝਾ ਕੇ ਬਿਠਾ ਦਿੱਤਾ। ਜਦ ਝੱਬਰ ਜੀ ਲੈਕਚਰ ਖਤਮ ਕਰਕੇ ਬੈਠੇ ਤਾਂ ਦੀਵਾਨ ਦੇ ਸਕੱਤਰ ਨੇ ਪੋਚਾ ਪਾਉਣ ਦੀ ਖਾਤਰ ਇਹ ਕਿਹਾ ਸੀ ਕਿ ਖਾਲਸਾ ਜੀ ਉਸ ਨੌਜਵਾਨ ਨੇ ਭਾਵੇਂ ਅਜਿਹੇ ਸ਼ਬਦ ਵਰਤੇ ਹਨ ਪਰ ਉਸਦਾ ਭਾਵ ਸਿਰ ਵੱਢਣ ਦਾ ਨਹੀਂ ਸੀ। ਤੇ ਸੁਣਦੇ ਹੀ ਉਹ ਨੌਜਵਾਨ ਫਿਰ ਖੜਾ ਹੋ ਗਿਆ ਤੇ ਬੋਲਿਆ, ਸੱਚੇ ਪਾਤਸ਼ਾਹ ਮੈਂ ਕਦੀ ਝੂਠ ਤੇ ਨਹੀਂ ਆਖਦਾ ਪਰ ਮੇਰੇ ਪਾਸ ਛਵੀ ਵੀ ਹੈ। ਤੁਸੀਂ ਹੁਕਮ ਦਿਓ, ਜੇਕਰ ਮੈਂ ਮਹੰਤ ਨਰੈਣ ਦਾਸ ਦਾ ਸਿਰ ਵੱਢ ਕੇ ਨਾ ਲਿਆਵਾਂ ਤਾਂ ਮੈਂ ਆਪਣੇ ਪਿਓ ਦਾ ਪੁੱਤਰ ਨਹੀਂ। ਇਸ ਪ੍ਰੇਮੀ ਨੇ ਇਸ ਤੋਂ ਥੋੜਾ ਚਿਰ ਪਿੱਛੋਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੋਹਰੀਆਂ ਵਿੱਚ ਥਾਂ ਹਾਸਲ ਕੀਤੀ। ਆਪ ਉੱਥੇ ਸ਼ਹੀਦ ਹੋਏ। ਇਸੇ ਤਰ੍ਹਾਂ ਸ਼ੇਖੂਪੁਰੇ ਮਹਾਰਾਣੀ ਨਕੈਣ ਦੇ ਗੁਰਦੁਆਰੇ ਮਹੰਤ ਨਰੈਣ ਦਾਸ ਦਾ ਇੱਕ ਚੇਲਾ ਲੱਧਾ ਰਾਮ ਦਾਰੂ ਦੀ ਲੋਰ ਵਿੱਚ ਦੀਵਾਨ ਵਾਲੀ ਥਾਂ ਪਹੁੰਚ ਗਿਆ
ਲੋਰ ਵਿੱਚ ਆ ਕੇ ਅਕਾਲੀਆਂ ਨੂੰ ਛੇੜ ਕਰਕੇ ਆਖਣ ਲੱਗਾ ਕਿ ਮੈਨੂੰ ਝੱਬਰ ਵਿਖਾਓ ਕਿਹੜਾ ਹੈ, ਮੈਂ ਵੀ ਉਹਦੇ ਜਥੇ ਵਿੱਚ ਭਰਤੀ ਹੋਣਾ ਹੈ। ਅਕਾਲੀਆਂ ਨੂੰ ਉਹਦੀ ਚੰਗੀ ਛਿੱਤਰ ਪਰੇਡ ਕਰਕੇ ਮੂੰਹ ਕਾਲਾ ਕੀਤਾ ਤੇ ਗਧੇ ਤੇ ਜਲੂਸ ਕੱਢਿਆ ਅਤੇ ਸਰਦਾਰ ਝੱਬਰ ਨੇ ਲਲਕਾਰ ਕੇ ਆਖਿਆ, ਲੱਦਾ ਰਾਮ, ਮੇਰਾ ਇੱਕ ਸੁਨੇਹਾ ਹੈ ਜੋ ਚੰਗੀ ਤਰ੍ਹਾਂ ਕੰਨ ਖੋਲ ਕੇ ਸੁਣ ਲੈ ਅਤੇ ਇਹ ਸੁਨੇਹਾ ਆਪਣੇ ਗੁਰੂ ਮਹੰਤ ਨਰੈਣ ਦਾਸ ਨੂੰ ਜਾ ਕੇ ਦੇਵੀਂ ਕਿ ਅਕਾਲੀਆਂ ਨੇ ਤੇਰੇ ਇੱਕ ਚੇਲੇ ਨੂੰ ਭਰਤੀ ਕਰ ਲਿਆ ਹੈ ਤੇ ਹੁਣ ਤੈਨੂੰ ਭਰਤੀ ਕਰਨ ਲਈ ਮੈਂ ਸ੍ਰੀ ਨਨਕਾਣਾ ਸਾਹਿਬ ਖੁਦ ਆਵਾਂਗਾ। ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਕਬਜ਼ੇ ਦੇ ਖਤਰੇ ਨੂੰ ਭਾਂਪਦਿਆਂ ਅਤੇ ਖਾਸ ਕਰਤਾਰ ਸਿੰਘ ਬੇਦੀ ਪਾਸ ਪਹੁੰਚ ਕੀਤੀ। ਇਹ ਕਰਤਾਰ ਸਿੰਘ ਬੇਦੀ ਗਵਰਨਰ ਪੰਜਾਬ ਦੇ ਐਗਜ਼ੈਕਟਿਵ ਕੌਂਸਲ ਦਾ ਮੈਂਬਰ ਸੀ ਅਤੇ ਉਹ ਉਹਨਾਂ ਬੇਦੀ ਜਗੀਰਦਾਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕੁੱਲ ਤੇ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਲਾਈਆਂ ਹੋਈਆਂ ਸਨ। ਕਰਤਾਰ ਸਿੰਘ ਬੇਦੀ ਨੇ ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਮਿਸਟਰ C.K. ਕਿੰਗ ਕੋਲੋਂ ਮਹੰਤ ਖਾਤਰ ਹਿਫਾਜ਼ਤ ਮੰਗੀ। ਕਮਿਸ਼ਨਰ ਨੇ ਬੜਾ ਟਰਕਾਊ ਜਿਹਾ ਜਵਾਬ ਦਿੰਦਿਆਂ ਬੇਦੀ ਨੂੰ ਆਖਿਆ ਕਿ ਮਹੰਤ ਨੂੰ ਜਿਹੜੇ ਬੰਦਿਆਂ ਤੋਂ ਖਤਰਾ ਜਾਪਦਾ ਹੈ ਉਹਨਾਂ ਦੀਆਂ ਜ਼ਮਾਨਤਾਂ ਲਈ ਉਹ CRPC ਦੀ ਦਫਾ 107 ਜਿਹਨੂੰ ਅੱਜ ਕੱਲ੍ਹ 751 ਆਖਦੇ ਹਨ ਦੇ ਤਹਿਤ ਜ਼ਮਾਨਤਾਂ ਲੈਣ ਦੀ ਦਰਖਾਸਤ ਮੈਜਿਸਟ੍ਰੇਟ ਕੋਲ ਦੇ ਸਕਦਾ ਹੈ। ਜੇ ਫਿਰ ਵੀ ਖਤਰਾ ਨਾ ਟਲੇ ਤਾਂ DC ਨੂੰ ਦਰਖਾਸਤ ਦੇ ਕੇ ਪੁਲਿਸ ਦੀ ਗਾਰਦ ਵੀ ਲੈ ਸਕਦਾ ਹੈ, ਪਰ ਪੁਲਿਸ ਦਾ ਖਰਚਾ ਮਹੰਤ ਨੂੰ ਭਰਨਾ ਪਵੇਗਾ। ਜੇ ਇਸ ਦੇ ਬਾਵਜੂਦ ਕੋਈ ਗੁਰਦੁਆਰੇ ਤੇ ਕਬਜ਼ਾ ਕਰ ਲੈਂਦਾ ਹੈ ਤਾਂ ਮਹੰਤ ਫਿਰ ਵੀ ਆਪਣੀ ਬਹਾਲੀ ਲਈ ਦੀਵਾਨੀ ਦਾਵਾ ਕਰ ਸਕਦਾ ਹੈ, ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮੁਕੱਦਮਾ ਕਰ ਸਕਦਾ ਹੈ। ਸੋ ਗਵਰਨਰ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਦਾ ਰੁਤਬਾ ਮੰਤਰੀ ਦੇ ਬਰਾਬਰ ਹੁੰਦਾ ਸੀ। ਜਦੋਂ ਇਹਨੇ ਅਸਲ ਰਸੂਖ ਵਾਲੇ ਬੰਦੇ ਰਾਹੀਂ ਵੀ ਜੇ ਮਹੰਤ ਸਰਕਾਰ ਤੋਂ ਆਪਣੀ ਹਿਫਾਜ਼ਤ ਬਾਰੇ ਕੋਈ ਠੋਸ ਯਕੀਨੀ ਦਹਾਨੀ ਨਾ ਲੈ ਸਕਿਆ ਤਾਂ ਉਸਦਾ ਡਰ ਹੋਰ ਵੱਧ ਗਿਆ। ਉਹਨੇ 500 ਸਾਧ ਮੁਕਤਸਰ ਤੋਂ ਲਿਆਂਦੇ। ਸਾਧਾਂ ਨੇ ਨਰੈਣ ਦਾਸ ਨੂੰ ਕਿਹਾ ਕਿ ਗੁਰਦੁਆਰਾ ਸਾਡੀ ਕਮੇਟੀ ਦੇ ਨਾਂ ਲਵਾ। ਮਨ ਦੇ ਇਨਕਾਰ ਕਰਨ ਤੇ ਸਾਧ ਇਹ ਕਹਿੰਦੇ ਉੱਥੋਂ ਭੱਜ ਗਏ ਕਿ ਜੇ ਗੁਰਦੁਆਰਾ ਸਾਨੂੰ ਨਹੀਂ ਮਿਲਣਾ ਤਾਂ ਅਸੀਂ ਅਕਾਲੀਆਂ ਨਾਲ ਲੜੀਏ। ਤਾਂ ਅਸੀਂ ਕਿਉਂ ਅਕਾਲੀਆਂ ਨਾਲ ਲੜੀਏ? ਉਸੇ ਦਿਨ ਲਾਲਾ ਲਾਜਪਤ ਰਾਏ ਆਰਿਆ ਸਮਾਜ ਦਾ ਉੱਘਾ ਆਗੂ ਲਾਹੌਰ ਰਹਿੰਦਾ ਸੀ। ਇਹ ਹਿੰਦੂਆਂ ਦਾ ਇੱਕ ਬੜਾ ਚਾਤਰ ਆਗੂ ਮੰਨਿਆ ਗਿਆ ਹੈ। ਮਹੰਤ ਨਰੈਣ ਦਾਸ ਉਹਦੇ ਕੋਲ ਪਹੁੰਚਿਆ ਅਤੇ ਕਬਜ਼ਾ ਟਾਲਣ ਦੀ ਜੁਗਤ ਪੁੱਛੀ। ਲਾਜਪਤ ਰਾਏ ਨੇ ਸਲਾਹ ਦਿੱਤੀ ਕਿ ਇੱਕ ਟਰਸਟ ਬਣਾ ਕੇ ਗੁਰਦੁਆਰਾ ਟਰਸਟ ਦੇ ਨਾਂ ਲਵਾ ਦੇ। ਮਹੰਤ ਨੇ ਟਰਸਟ ਬਣਾਉਣ ਦੇ ਖਰਚੇ ਵਜੋਂ 3,000 ਰੁਪਏ ਲਾਲਾ ਲਾਜਪਤ ਰਾਏ ਨੂੰ ਦਿੱਤੇ। ਲਾਲਾ ਜੀ ਨੇ ਟਰਸਟ ਵਿੱਚ ਸਾਰੇ ਆਪਣੇ ਬੰਦਿਆਂ ਦੇ ਨਾਂ ਪਾ ਲਏ। ਮਹੰਤ ਨੇ ਲਾਲੇ ਨੂੰ ਆਖਿਆ ਕਿ ਅਕਾਲੀਆਂ ਨਾਲ ਲੜਨ ਲਈ ਬੰਦੇ ਵੀ ਇਕੱਲੇ। ਲਾਲਾ ਜੀ ਨੇ ਚਤੁਰਾਈ ਦਾ ਸਬੂਤ ਦਿੰਦਿਆਂ ਮਹੰਤ ਨੂੰ ਆਖਿਆ ਕਿ ਅਕਾਲੀਆਂ ਨਾਲ ਤਾਂ ਤੈਨੂੰ ਖੁਦ ਹੀ ਲੜਨਾ ਪਵੇਗਾ। ਮਹੰਤ ਕਹਿੰਦਾ ਜੇ ਲੜਨਾ ਹੀ ਮੈਂ ਹੈ ਤਾਂ ਕਬਜ਼ਾ ਟਰਸਟ ਨੂੰ ਕਾਹਦਾ? ਸੋ ਟਰਸਟ ਦਾ ਇੱਥੇ ਭੋਗ ਪੈ ਗਿਆ ਤੇ ਮਹੰਤ ਵੱਲੋਂ 3,000 ਰੁਪਏ ਲਾਲਾ ਜੀ ਕੋਲੋਂ ਹੀ ਰਹਿ ਗਏ। ਸਰਕਾਰੀ ਮਦਦ ਨਾ ਮਿਲਣ ਕਰਕੇ ਟਰਸਟ ਬਣਾਉਣ ਵਰਗੀਆਂ ਜਿਹੜੀਆਂ ਕਾਨੂੰਨੀ ਘੁੰਤਰਾਂ ਵਿੱਚ ਹੀ ਰਹਿ ਜਾਣ ਅਤੇ ਸਾਧਾਂ ਦੀ ਧਾੜ ਵੱਲੋਂ ਵੀ ਨੱਠ ਜਾਣ ਦੇ ਨਿਰਾਸ਼ ਹੋਏ ਨਰੈਣ ਦਾਸ ਨੇ ਅਖੀਰ ਗੁੰਡਿਆਂ ਤੋਂ ਆਪਣੀ ਰਾਖੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਸ ਕੰਮ ਲਈ ਉਹਨਾਂ ਰਾਂਝਾ ਅਤੇ ਰਿਹਾਣਾ ਦੀ ਅਗਵਾਈ ਵੀ 40-50 ਪਠਾਨ ਪਹਾੜੇ ਤੇ ਲੈ ਆਂਦੇ ਤੇ ਪਠਾਨ ਕੌਮ ਲੜਨ ਮਰਨ ਲਈ ਮਸ਼ਹੂਰ ਹੈ। ਇਸ ਕੌਮ ਵਿੱਚੋਂ ਕੋਈ ਗੁੰਡਾ ਕਿਸਮ ਦੇ ਅਨਸਰ ਪੈਸੇ ਖਾਤਰ ਮਹੰਤ ਕੋਲ ਭਰਤੀ ਹੋ ਗਏ ਤੇ ਮਹੰਤ ਕੋਲ ਆਪਣੀਆਂ ਲਾਇਸੈਂਸੀ ਹਥਿਆਰ ਸਨ ਤੇ ਕਈ ਗੈਰ ਜਿਹੜੇ ਲਾਇਸੈਂਸੀ ਵੀ ਸਨ। ਤੋ ਆਪ ਜੀ ਭਲੀ ਪ੍ਰਕਾਰ ਸਮਝ ਚੁੱਕੇ ਹੋ ਕਿ ਕਿੰਨਾ ਮੁਸ਼ਕਲ ਸੀ। ਇਹਦੀ ਡਿਟੇਲ ਆਲਰੇਡੀ ਇਸ ਕਲਾਸ ਦੇ ਵਿੱਚ ਨਨਕਾਣਾ ਸਾਹਿਬ ਦੇ ਕਿਵੇਂ ਉਸ ਤੋਂ ਕਬਜ਼ਾ ਲਿਆ ਗਿਆ ਸਾਰੀ ਡਿਟੇਲ ਜਿਹੜੀ ਹੈ ਉਹ ਹੋ ਚੁੱਕੀ ਹੈ। ਤੋ ਮੈਂ ਉਸ ਨੂੰ ਦੁਬਾਰਾ ਨਹੀਂ ਦੁਹਰਾਵਾਂਗਾ ਤੇ ਮੈਂ ਇੱਥੇ ਹੀ ਦੱਸਣਾ ਚਾਹੁੰਦਾ ਵਾਂ ਕਿ ਸਰਦਾਰ ਕਰਤਾਰ ਸਿੰਘ ਜੀ ਝੱਬਰ ਜੀ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਲੀਡਰਸ਼ਿਪ ਦਿਖਾਈ, ਆਪਣਾ ਵਿਉਂਤਬੰਦੀ ਕੀਤੀ ਔਰ ਸੰਘਰਸ਼ ਕੀਤਾ। ਤੋ ਇਸ ਲੰਮੇ ਸਮੇਂ ਦੇ ਵਿੱਚ ਸੰਘਰਸ਼ ਵਿੱਚ ਆਪ ਜੀ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਸਾਡੇ ਕੋਲ ਕੌਮ ਦੇ ਸਾਹਮਣੇ ਇੱਕ ਚਾਨਣ ਮੁਨਾਰੇ ਵਜੋਂ ਹਨ। ਤੋ ਅੰਤ ਵਿੱਚ ਜਿਹੜਾ ਕਰਤਾਰ ਸਿੰਘ ਝੱਬਰ ਜੀ ਨੇ ਉਹ ਜੀਵਨ ਦੇ ਅੰਤਮ ਪੜਾਅ ਵਿੱਚ ਅੰਬਰੀ ਜ਼ਿਲ੍ਹਾ ਕਰਨਾਲ ਵਿੱਚ ਇਕਾਂਤ ਵਿੱਚ ਰਹਿੰਦੇ ਹੋਏ ਉਹਨਾਂ ਨੇ 20 ਨਵੰਬਰ 1962 ਨੂੰ ਆਪਣੇ ਜਿਹੜਾ ਹੈ ਸਰੀਰ ਤਿਆਗ ਦਿੱਤਾ ਔਰ ਅਕਾਲ ਚਲਾਣਾ ਕਰ ਗਏ। ਤੋ ਅੱਜ ਉਹਨਾਂ ਦੇ ਜੀਵਨ ਦੇ ਉੱਪਰ ਵਿਚਾਰ ਕਰਦੇ ਹਾਂ ਸਾਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਇਹਨੇ ਜਿਹੜੇ
ਜਿਹੜੇ ਗੜਗੱਜ ਜਿਹੜੇ ਉਹ ਲੀਡਰ ਸਨ ਕਰਤਾਰ ਸਿੰਘ ਝੱਬਰ ਹੋਰੀ। ਤੋ ਅੱਜ ਉਹਨਾਂ ਨੂੰ ਉਹਨਾਂ ਦੀ ਸੰਘਰਸ਼ ਉਹਨਾਂ ਦੇ ਜੀਵਨ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਤੋ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹੋਇਆ ਗੱਜ ਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।